ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਨਤਾ ਸ਼ਾਹ, ਅਵਰ ਕਿਆ ਜਾਨੈ ਕੋਇ। ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ, ਹਮਰੀ ਬੇਦਨ ਤੂੰ ਜਾਨਤਾ ਸ਼ਾਹ, ਅਵਰ ਕਿਆ ਜਾਨੈ ਕੋਇ। ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ, ਤੇਰਾ ਕੀਆ ਸੱਚ ਸਭ ਹੋਏ। ਝੂਠਾ ਕਿਸ ਕਉ ਆਖੀਐ ਸ਼ਾਹ, ਦੂਜਾ ਨਾਹੀ ਕੋਇ। ਸਭਨਾ ਵਿੱਚ ਤੂੰ ਵਰਤਦਾ ਸ਼ਾਹ, ਸਭ ਤੁਝੇ ਧਿਆਵਹਿ ਦਿਨ ਰਾਤ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸ਼ਾਹ, ਤੂੰ ਸਭਨਾ ਕਰਹਿ ਇਕ ਦਾਤ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ, ਤੁਝ ਤੇ ਬਾਹਰ ਕੋਈ ਨਾਹੀ। ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ, ਸਭ ਤੁਝ ਹੀ ਮਾਹੇ ਸਮਾਹੇ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵਹਿ ਮੇਰੇ ਸ਼ਾਹ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵਹਿ ਮੇਰੇ ਸ਼ਾਹ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਕਿਰਪਾਲੂ ਪਰਮ ਦਇਆਲੂ ਬਖਸ਼ਣ ਸਤਿਗੁਰੂ, ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ, ਸ਼ਬਦਾ ਅਵਤਾਰ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਸਤਸੰਗੀ ਸੰਗਤ ਦਾ ਆਨੰਦ ਲੈ ਰਹੇ ਸਤਸੰਗੀ ਜਨੋ, ਬੜਭਾਗੇ ਹੋ। ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਹੋਏ ਮੁੱਖ ਵਾਕ, ਤਿਸ ਦੀ ਵਿਚਾਰ ਸਰਵਣ ਕਰਨ ਦੇ ਲਈ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਜਿੱਥੇ ਤਨ ਕਰਕੇ ਹਾਜ਼ਰ ਹੋਏ ਹੋ, ਉੱਥੇ ਆਪਣੀਆਂ ਸੁਰਤੀਆਂ ਵਿਰਤੀਆਂ ਨੂੰ ਇਕਾਗਰ ਕਰੀਏ। ਸ਼ਬਦ ਦੇ ਨਾਲ ਸੁਰਤ ਦਾ ਮੇਲ ਕਰੀਏ।
ਸਤਿਗੁਰੂ ਜੀ ਨੇ ਤਰੁੱਠ ਕੇ ਅੱਜ ਜੋ ਪਾਵਨ ਮੁਖ ਵਾਕ ਸਰਬ ਜੀਆਂ ਦੇ ਲਈ ਸਾਂਝਾ ਉਪਦੇਸ਼ ਬਖਸ਼ਿਆ, ਤਿਸ ਫਰਮਾਨ ਨੂੰ, ਤਿਸ ਆਵਾਜ਼ੇ ਨੂੰ, ਤਿਸ ਮੁਖ ਵਾਕ ਨੂੰ ਵਿਚਾਰ ਦੇ ਅੰਦਰ ਲੈ ਕੇ ਆਉਣ ਦੇ ਲਈ ਆਪਾਂ ਸਾਰੇ ਇੱਥੇ ਇਕੱਤਰਿਤ ਹੋਏ ਆ। ਸਤਿਗੁਰੂ ਕਿਰਪਾ ਕਰਨ। ਸਤਿਗੁਰੂ ਜੀ ਨੇ ਜਿੱਥੇ ਸਾਨੂੰ ਤਨ ਦੀ ਹਾਜ਼ਰੀ ਦੀ ਦਾਤ ਬਖਸ਼ੀ ਹੈ, ਤਨ ਨੂੰ ਲੈ ਕੇ ਆਉਣ ਦੇ ਲਈ ਸਾਡੇ ਕਦਮ ਨੇ, ਸਾਡੀਆਂ ਲੱਤਾਂ ਹਨ, ਉਥੇ ਖੰਡਾਓ ਵਿੱਚ ਜੋ ਸੁਰਤ ਹੈ, ਕਿਤੇ ਅੱਖਾਂ ਰਾਹੀਂ ਬਾਹਰ, ਕਿਤੇ ਕੰਨਾਂ ਰਾਹੀਂ ਬਾਹਰ, ਕਿਤੇ ਚਮੜੀ ਰਾਹੀਂ ਬਾਹਰ, ਉਹਨੂੰ ਨਿਜ ਘਰ ਦੇ ਵਿੱਚ ਲੈ ਕੇ ਆਉਣ ਦੇ ਲਈ ਸਤਿਗੁਰੂ ਜੀ ਨੇ ਸਾਧਨ ਸ਼ਬਦ ਬਖਸ਼ਿਆ। ਆਓ ਸ਼ਬਦ ਦੁਆਰਾ ਫਤਿਹ ਦੀ ਸਾਂਝ ਪਾਈਏ, ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਸਾਰੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਜਗਤ ਜੀਆਂ ਨੂੰ, ਤਪਦੇ ਹਿਰਦਿਆਂ ਨੂੰ ਠਾਰਨ ਲਈ, ਤਾਰਨ ਲਈ ਨਾਰਾਇਣ ਅਕਾਲ ਪੁਰਖ ਨਿਰਾਕਾਰ ਵਾਹਿਗੁਰੂ ਨੇ ਤਨ ਧਾਰਿਆ ਤੇ ਤਨ ਦਾ ਨਾਮ ਨਾਨਕ ਰਖਾਇਆ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸੱਚਖੰਡ ਤੋਂ ਜਿੱਥੇ ਨਿਰਾਕਾਰ ਵਾਹਿਗੁਰੂ ਦਾ ਵਾਸਾ ਹੈ, ਸੱਚਖੰਡ ਵਸੈ ਨਿਰੰਕਾਰ। ਉਹ ਸੱਚਖੰਡ ਤੋਂ ਜਿੱਥੇ ਆਪ ਸੰਸਾਰ ਦੇ ਵਿੱਚ ਜਗਤ ਜੀਆਂ ਦੇ ਭਲੇ ਹਿਤ ਤਨ ਧਾਰਿਆ, ਆਪਣਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਰਖਾਇਆ, 10 ਜਾਮਿਆਂ 'ਚ ਵਰਤੇ। ਉੱਥੇ ਸੱਚਖੰਡ ਤੋਂ ਆਪਣੇ ਨਾਲ ਸਾਡੇ ਭਲੇ ਹਿਤ ਕੁਝ ਸੌਗਾਤਾਂ, ਕੁਝ ਬਖਸ਼ਿਸ਼ਾਂ ਲਿਆਂਦੀਆਂ, ਜਿਹੜੀਆਂ ਬਖਸ਼ਿਸ਼ਾਂ ਤੁਹਾਨੂੰ ਸਤਿਗੁਰੂ ਜੀ ਨੇ ਇੱਕੋ ਥਾਂ ਗੁਰੂ ਘਰ ਦੇ ਵਿੱਚ, ਗੁਰੂਦੁਆਰੇ ਦੇ ਵਿੱਚ ਬਖਸ਼ਿਸ਼ ਕੀਤੀਆਂ। ਤਾਈਓ ਕਿਹਾ ਗੁਰਦੁਆਰਾ ਹੋਏ ਸੋਝੀ ਪਾਏ ਸੀ। ਗੁਰਦੁਆਰੇ ਜਦੋਂ ਤੁਸੀਂ ਆਉਨੇ ਹੋ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸੱਚਖੰਡ ਤੋਂ ਲਿਆਂਦੀਆਂ ਹੋਈਆਂ ਸੌਗਾਤਾਂ ਤੁਹਾਨੂੰ ਮਿਲਦੀਆਂ। ਉੱਥੇ ਸਭ ਤੋਂ ਸ਼੍ਰੋਮਣੀ ਸੌਗਾਤ ਹੈ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਦਰਗਾਹ ਤੋਂ ਆਪਣੇ ਨਾਲ ਗੁਰੂ ਨਾਨਕ ਸੱਚੀ ਸਰਕਾਰ ਦੀ ਜੋਤ, ਦਰਗਾਹ ਦੀ ਬਾਣੀ, ਦਰਗਾਹ ਦੀ ਬਾਣੀ ਕੀ, ਦਰਗਾਹ ਦੀ ਬੋਲੀ, ਦਰਗਾਹ ਦੀ ਬਖਸ਼ਿਸ਼, ਇਹ ਸ੍ਰੀ ਗੁਰਬਾਣੀ ਸਾਡੇ ਭਲੇ ਹਿਤ ਨਾਲ ਲੈ ਕੇ ਆਉਂਦੀ। ਸਮੇਂ ਸਮੇਂ ਤੇ ਸਤਿਗੁਰੂ ਜੀ ਨੇ ਬਾਣੀ ਉਚਾਰੀ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਚੌਥੇ ਜਾਮੇ ਦੇ ਵਿੱਚ ਗੁਰੂ ਨਾਨਕ ਦੀ ਜੋਤ ਵਰਤੀ, ਗੁਰੂ ਰਾਮਦਾਸ ਨਾਮ ਰਖਾਇਆ ਤੇ ਸਤਿਗੁਰੂ ਜੀ ਨੇ ਤਰੁੱਠ ਕੇ ਜੋ ਸ਼ਬਦ ਧਨਾਸਰੀ ਦੇ ਅੰਦਰ ਉਚਾਰਨ ਕੀਤਾ, ਬਾਣੀ ਕੇ ਬੋਹੇਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅੰਗ 670 ਉੱਪਰ ਅੰਕਿਤ ਕੀਤਾ ਹੈ। ਇਹ ਜੋ ਸ਼ਬਦ ਹੈ ਅੱਜ ਮੁੱਖ ਵਾਕ ਦੇ ਰੂਪ ਦੇ ਵਿੱਚ, ਹੁਕਮਨਾਮੇ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਬਖਸ਼ਿਆ ਹੈ। ਜਿਸ ਵੇਲੇ ਸੱਚਖੰਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਿੰਘ ਸਾਹਿਬਾਨ ਜੀ ਪ੍ਰਕਾਸ਼ ਕਰਦੇ ਆ, ਉਸ ਵੇਲੇ ਜੋ ਸ਼ਬਦ ਸਤਿਗੁਰੂ ਜੀ ਦਿੰਦੇ ਆ, ਉਸ ਸ਼ਬਦ ਨੂੰ ਜੇ ਅਸੀਂ ਕਮਾ ਲਈਏ, ਜਗਤ ਦਾ ਕੋਈ ਵੀ ਜੀਵ ਕਮਾ ਲਵੇ, ਤਾਂ ਜੀਵ ਦਾ ਭਲਾ ਹੋਣਾ ਨਿਸ਼ਚਿਤ ਹੈ, ਉਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ।
ਪਰ ਅਸੀਂ ਕਲਯੁਗੀ ਜੀਵ ਹਾਂ, ਸਾਨੂੰ ਸਮਝ ਨਹੀਂ ਹੈ ਕਿ ਸ਼ਬਦ ਦਾ ਅਰਥ ਕੀ ਹੈ, ਸ਼ਬਦ ਦਾ ਭਾਵ ਕੀ ਹੈ। ਸਤਿਗੁਰਾਂ ਦੇ ਸਮੇਂ ਤੋਂ ਹੀ ਸਿੱਖ ਕੌਮ ਦੀ ਕੇਂਦਰੀ ਸਟੇਜ ਇਹ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਦੀ ਮਰਜ਼ਾਦਾ ਰਹੀ ਹੈ ਕਿ ਅੰਮ੍ਰਿਤ ਵੇਲੇ ਦੇ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਿੰਘ ਸਾਹਿਬਾਨ ਪੰਥ ਦੇ ਵਿਦਵਾਨ ਰੋਜ਼ਾਨਾ ਸਰਵਣ ਕਰਾਉਂਦੇ ਆ। ਭਾਗਾਂ ਵਾਲੀਆਂ ਸੰਗਤਾਂ ਨੇ ਜਿੱਥੇ ਇੱਥੇ ਬੈਠ ਕੇ ਤੁਸੀਂ ਸਰਵਣ ਕਰਦੇ ਹੋ, ਉੱਥੇ ਦੇਸ਼ ਵਿਦੇਸ਼ ਅੰਦਰ ਚੈਨਲ ਮਾਧਿਅਮ ਰਾਹੀਂ ਇਸ ਵਿਚਾਰ ਨਾਲ ਸੰਗਤਾਂ ਜੁੜਦੀਆਂ ਨੇ ਤੇ ਫਿਰ ਕਮਾਉਂਦੇ ਵੀ ਆ ਸ਼ਬਦ ਨੂੰ। ਅੱਜ ਜੋ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਬਖਸ਼ਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਬਖਸ਼ਿਸ਼ ਕੀਤੇ ਹੋਏ ਪਵਿੱਤਰ ਸ਼ਬਦ ਨੂੰ ਆਓ ਪ੍ਰਾਰੰਭਤਾ ਤੋਂ ਚਿੱਤ ਦੀਆਂ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧਨਾਸਰੀ ਅੰਦਰ ਪਾਵਨ ਸ਼ਬਦ ਬਖਸ਼ਿਸ਼ ਕਰਦੇ ਹਨ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਇਹ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਜੀ ਨੇ ਸਾਹਾ ਸ਼ਬਦ ਬਖਸ਼ਿਆ। ਮੇਰੇ ਸਾਹਾ, ਸਾਹਾ ਦਾ ਭਾਵ ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ਨੇ, ਦੂਸਰਾ ਡਾਕਟਰ ਭਾਈ ਵੀਰ ਸਿੰਘ ਜੀ ਨੇ ਆਪਣੇ ਕੋਸ਼ ਦੇ ਅੰਦਰ, ਤੀਸਰਾ ਡਾਕਟਰ ਗੁਰਚਰਨ ਸਿੰਘ ਜੀ ਨੇ ਵਿਸ਼ਵ ਕੋਸ਼ ਦੇ ਅੰਦਰ ਸਾਹਾ ਸ਼ਬਦ ਦੇ 3-4 ਅਰਥ ਅੰਕਿਤ ਕੀਤੇ ਆ। ਸਭ ਤੋਂ ਪਹਿਲਾ ਸ੍ਰੀ ਗੁਰਬਾਣੀ ਦੇ ਵਿੱਚ ਸਾਹਾ ਸ਼ਬਦ ਆਉਂਦਾ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਸਨਾਤਨੀ ਮਤ ਦੇ ਵਿੱਚ ਬ੍ਰਾਹਮਣ ਲੋਕ ਪੱਤਰੀ ਵਾਚਦੇ ਤੇ ਜਿਹੜੇ ਵਹਿਮੀ ਭਰਮੀ ਲੋਕ ਉਹ ਪੱਤਰੀ ਦਿਖਾਉਣ ਜਾਂਦੇ, ਧੀਆਂ ਪੁੱਤਰਾਂ ਦੇ ਵਿਆਹ ਸ਼ਾਦੀ ਦਾ ਸਮਾਂ ਕਢਵਾਉਣ ਜਾਂਦੇ, ਉਹ ਸਾਹਾ ਵੇਖ ਕੇ ਦੱਸਦੇ। ਇੱਕ ਤਾਂ ਉਹ ਸਾਹਾ ਦਾ ਭਾਵ ਹੈ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਵਰਜਿਆ, ਸਾਹਾ ਗਣੈ ਨ ਕਰੇ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਗੁਰਸਿੱਖ ਨੇ ਦੇਖ ਕਰਾ ਕੇ ਅਰਦਾਸ ਕਰਾ ਦੇਣੀ ਹੈ ਸਤਿਗੁਰੂ ਅੱਗੇ, ਉਹ ਸਾਰਾ ਸਮਾਂ ਅਨੁਕੂਲ ਹੋ ਜਾਂਦਾ, ਸਤਿਗੁਰੂ ਆਪ ਵਿੱਚ ਵਰਤਦੇ ਹੈ। ਦੂਸਰਾ ਜਿਹੜਾ ਹੈ ਸਾਹਾ ਦਮ ਦਾ ਵੀ ਭਾਵ ਹੈ, ਸਾਹ ਦਾ ਵੀ ਭਾਵ ਹੈ। ਸਤਿਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਦਮ ਨੂੰ, ਸਵਾਸ ਨੂੰ, ਸਾਹ ਨੂੰ, ਸਾਹ ਵੀ ਵਰਤਿਆ ਸਾਹਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜੇਤੇ ਜੀਵ ਜੀਵੈ ਲੈ ਸਾਹਾ, ਭਾਵ ਸਾਹ ਲੈ ਕੇ, ਉੱਥੇ ਸਾਹ ਤੋਂ ਭਾਵ ਹੈ। ਤੀਸਰਾ ਜਿਹੜਾ ਹੈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ, ਉੱਥੇ ਸਾਹੂਕਾਰ, ਸ਼ਾਹ, ਬਾਦਸ਼ਾਹ ਦਾ ਵੀ ਭਾਵ ਹੈ, ਸਾਹੂਕਾਰ ਦਾ ਵੀ ਭਾਵ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਬਖਸ਼ਿਸ਼ ਕੀਤੀ ਹੈ, ਮੇਰੇ ਸਾਹਾ। ਹੇ ਵਾਹਿਗੁਰੂ, ਮੇਰੇ ਸਾਹਾਂ ਦੇ ਮਾਲਕ, ਹੇ ਸਾਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਵਾਹਿਗੁਰੂ। ਇੱਥੇ ਅਕਾਲ ਪੁਰਖ ਦਾ ਵਾਚਕ ਸ਼ਬਦ ਬਖਸ਼ਿਆ, ਮੈਂ ਹਰ ਦਰਸ਼ਨ ਸੁਖ ਹੋਏ। ਹੇ ਹਰੀ ਵਾਹਿਗੁਰੂ, ਹੇ ਮੇਰੇ ਪਾਤਸ਼ਾਹ, ਹੇ ਮੇਰੇ ਸਾਹ, ਤੇਰੇ ਦਰਸ਼ਨਾਂ ਨਾਲ ਹੀ ਮੈਨੂੰ ਸੁਖ ਹੋਣਾ ਹੈ। ਤੇਰੇ ਦਰਸ਼ਨਾਂ ਤੋਂ ਬਿਨਾਂ ਜੀਵਨ ਦੇ ਵਿੱਚ ਸੁੱਖ ਨਹੀਂ ਹੈ। ਮੇਰਾ ਮਨ ਲੋਚਾ ਹੈ ਗੁਰਦਰਸ਼ਨ ਤਾਈ, ਬਿਲਬ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰਾਏ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਹੁਕਮ ਪਾ ਕੇ ਬਾਲ ਰੂਪ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਤਾਇਆ ਸਿੰਹਾਰੀ ਮੱਲ ਜੀ ਦੇ
ਲੜਕੇ ਦੀ ਸ਼ਾਦੀ ਦੇ ਵਿੱਚ ਲਾਹੌਰ ਜਦ ਗਏ ਆ, ਮਹਾਰਾਜ ਨੇ ਨਾਲ ਹੁਕਮ ਵੀ ਕਰ ਦਿੱਤਾ ਸੀ, ਪਰਖ ਪਾ ਦਿੱਤੀ ਸੀ, ਜਿੰਨਾ ਚਿਰ ਬੁਲਾਈਏ ਨਾ ਵਾਪਸ ਨਾ ਆਉਣਾ। ਤਾਂ ਉਸ ਵੇਲੇ ਦੇ ਨਾਲ ਸੰਬੰਧਤ ਤੇ ਵਚਨ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਹਜ਼ਾਰਿਆਂ ਦੇ ਵਿੱਚ ਸੰਗਤਾਂ ਪੜ੍ਹਦੀਆਂ। ਇਹ ਵਾਹਿਗੁਰੂ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਗੁਰੂ ਦੇ ਦਰਸ਼ਨਾਂ ਤਾਈ ਮੇਰਾ ਮਨ ਲੋਚਦਾ ਹੈ, ਤਰਸਦਾ ਹੈ, ਤੜਫਦਾ ਹੈ। ਇੱਥੇ ਵੀ ਸਤਿਗੁਰੂ ਜੀ ਫਰਮਾਉਂਦੇ ਆ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਹੋਰ ਕਿਸੇ ਵੀ ਤਰ੍ਹਾਂ ਮੈਨੂੰ ਸੁਖ ਨਹੀਂ, ਤਾਂਗ ਹੈ ਤੇਰੇ ਦਰਸ਼ਨਾਂ ਦੀ। ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ। ਹੋਰ ਭਾਵੇਂ ਸਮੁੰਦਰ ਦਾ ਜਾਲ ਹੈ, ਨਦੀ ਦਾ ਜਾਲ ਹੈ, ਸਰਵਰਾਂ ਦਾ ਜਾਲ ਹੈ, ਧਰਤੀ ਤੇ ਬੇਅੰਤ ਜਾਲ ਹੈ, ਪਰ ਪਪੀਹੇ ਨੂੰ, ਚਾਂਤਰਕ ਨੂੰ ਉਨਾ ਚਿਰ ਸ਼ਾਂਤੀ ਨਹੀਂ ਆਉਂਦੀ ਜਿੰਨਾ ਚਿਰ ਵਿਸ਼ੇਸ਼ ਨਕਸ਼ਤਰ ਦੇ ਵਿੱਚ, ਵਿਸ਼ੇਸ਼ ਰੁੱਤ ਵਿੱਚ ਪਈ ਹੋਈ ਸਵਾਂਤ ਬੂੰਦ ਨਹੀਂ ਪ੍ਰਾਪਤ ਹੁੰਦੀ। ਜਦੋਂ ਉਹ ਵਾਹਿਗੁਰੂ ਪੁਕਾਰ ਸੁਣਦਾ ਪਰਿਓ ਪਰਿਓ ਕਰਦੇ ਹੋਏ ਚਾਤਰਕ ਦੀ, ਪਪੀਹੇ ਦੀ, ਤਾਂ ਉਹ ਅਕਾਲ ਪੁਰਖ ਵਾਹਿਗੁਰੂ ਮੀਂਹ ਦੇ ਵਿੱਚ ਸਵਾਂਤ ਬੂੰਦ ਬਖਸ਼ਦਾ। ਉਹ ਇੱਕੋ ਬੂੰਦ ਪਾ ਕੇ ਸਾਰੇ ਜੀਵਨ ਦੀ ਉਹਦੀ ਪਿਆਸ ਬੁੱਝ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਭਾਗਾਂ ਵਾਲੇ ਗੁਰਮੁਖ ਨੇ, ਸਮੁੰਦਰਾਂ ਦੇ ਜਲ ਦੀ ਨਿਆਈ, ਨਦੀਆਂ ਨਾਲਿਆਂ ਦੇ ਖੂਹਾਂ ਦੇ ਜਲ ਦੇ ਨਿਆਈ, ਸਾਰੀ ਧਰਤੀ ਦੀ ਮਾਇਆ ਭਾਵੇਂ ਉਹਨਾਂ ਨੂੰ ਦੇ ਦਿਓ, ਪਰ ਉਹਨਾਂ ਨੂੰ ਪਰਵਾਹ ਨਹੀਂ ਹੈ। ਉਹਨਾਂ ਨੂੰ ਕੇਵਲ ਦਰਸ਼ਨਾਂ ਦੀ ਤਾਂਘ ਹੈ। ਉਹ ਦਰਸ਼ਨਾਂ ਨਾਲ ਤ੍ਰਿਪਤ ਹੁੰਦੀ ਹੈ। ਇੱਕ ਝਲਕ ਮਾਤਰ ਭਾਵੇਂ ਦਰਸ਼ਨ ਹੋ ਜਾਣ, ਉਹ ਤ੍ਰਿਪਤ ਹੋ ਜਾਂਦੇ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਜਿਹੜੇ ਦਰਸ਼ਨਾਂ ਦੀ ਤਾਂਘ ਵਿੱਚ ਨੇ ਨਾ ਗੁਰਮੁਖ, ਉਹਨਾਂ ਦੀ ਅਵਸਥਾ ਐਸੀ ਹੋ ਜਾਂਦੀ ਹੈ, ਜੇ ਇੱਕ ਘੜੀ ਵੀ ਦਰਸ਼ਨ ਨਾ ਹੋਵੇ ਨਾ, ਉਹ ਇੱਕ ਘੜੀ ਵੀ ਦਰਸ਼ਨਾਂ ਤੋਂ ਬਿਨਾਂ ਉਹਨਾਂ ਨੂੰ ਇਉਂ ਲੱਗਦੀ ਹੈ ਜਿਵੇਂ ਕਲਯੁਗ ਬੀਤ ਰਿਹਾ ਹੋਵੇ। ਸਤਿਗੁਰੂ ਮਹਾਰਾਜ ਦਾ ਬਚਨ ਆਉਂਦਾ ਨਾ ਕਿ ਇਹ ਸਤਿਗੁਰੂ ਮਹਾਰਾਜ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੈਨੂੰ ਨੀਂਦ ਨਹੀਂ ਆ ਰਹੀ। ਭਾਵੇਂ ਸਰੀਰ ਥੱਕਿਆ ਹੋਇਆ ਹੈ, ਸਰੀਰ ਨੀਂਦ ਲੈਣਾ ਚਾਹੁੰਦਾ ਹੈ, ਪਰ ਨੇਤਰਾਂ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ। ਸੰਸਾਰੀ ਜੀਵ ਦਾ ਤੇ ਭਗਤਾਂ ਦਾ ਇਹੋ ਹੀ ਫਰਕ ਹੈ। ਸੰਸਾਰੀ ਹੋਰ ਬੜੇ ਦ੍ਰਿਸ਼ਟਮਾਨ ਸੰਸਾਰ ਦੇ ਦ੍ਰਿਸ਼ ਦੇਖਦਾ ਹੈ, ਸਾਰਾ ਦਿਨ, ਸਾਰੀ ਰਾਤ, ਅੱਧੀ ਰਾਤ ਤੱਕ ਮੋਬਾਈਲਾਂ ਤੇ ਹੋਰ ਸਾਧਨਾਂ ਦੁਆਰਾ ਇਹ ਨੇਤਰਾਂ ਦੇ ਨਾਲ ਬੜਾ ਕੁਝ ਦੇਖਦਾ ਹੈ। ਪਰ ਜਦੋਂ ਦਰਸ਼ਨ ਕਰਨ ਜਾਣ ਦੀ ਵਾਰੀ ਹੈ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਦੋਂ ਨਾਮ ਕੀ ਵੇਲਾ ਪੈ ਪੈ ਸੋਇਆ, ਉਹ ਸਮਾਂ ਖੁਜਾ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਨਹੀਂ ਜਾਂਦਾ। ਭਾਗਾਂ ਵਾਲੇ ਆ ਜਿਹੜੇ ਗੁਰੂ ਕਾ ਦਰਸ਼ਨ ਕਰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਜਦੋਂ ਸਤਿਗੁਰੂ ਦੇ ਦਰਸ਼ਨਾਂ ਦੇ ਵਿੱਚ ਇੱਕ ਘੜੀ ਦੀ ਵੀ ਦੇਰੀ ਹੋ ਜੇ ਨਾ, ਤਾਂ ਕਲਯੁਗ ਕੀ ਹੈ? ਉਹੀ ਦਿਨ ਹੈ, ਉਹੀ ਸੂਰਜ ਹੈ। ਕਲਯੁਗ ਕੀ ਹੈ? ਵਿਸ਼ੇ ਵਿਕਾਰ ਪ੍ਰਬਲ ਨੇ। ਤਾਂ ਕਾਮ ਕ੍ਰੋਧ ਲੋਭ ਹੰਕਾਰ ਪ੍ਰਬਲ ਹੋ ਜਾਂਦਾ ਹੈ। ਜਦੋਂ ਗੁਰੂ ਦਾ ਦਰਸ਼ਨ ਨਹੀਂ ਹੈ ਤਾਂ ਕਲਯੁਗ ਪ੍ਰਬਲ ਹੈ। ਇਸ ਲਈ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਜਿਹੜੇ ਗੁਰਮੁਖ ਨੇ, ਉਹ ਦਰਸ਼ਨਾਂ ਦੀਆਂ ਰਜੋਈਆਂ ਕਰਦੇ ਆ, ਅਰਦਾਸਾਂ ਕਰਦੇ ਆ। ਫਿਰ ਜਿਨ੍ਹਾਂ ਤੇ ਕਿਰਪਾ ਹੁੰਦੀ ਆ, ਭਾਗ ਹੋਆ ਗੁਰ ਸੰਤ ਮਿਲਾਇਆ, ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਪੂਰਾ ਭਾਗ ਹੋਵੇ। ਪੂਰਬਲਾ ਕਰਮ ਜਦੋਂ ਪੂਰਾ ਜਾਗ ਪਿਆ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ। ਕੋਈ ਗੁਰਮੁਖ ਦਾ ਮਿਲਾਪ ਹੋ ਜਾਵੇ, ਉਹ ਜੁਗਤੀ ਦੱਸ ਦਿੰਦਾ, ਭਾਈ ਤੂੰ ਨਾਮ ਜਪ, ਸੰਗਤ ਕਰ, ਬਾਣੀ ਪੜ੍ਹ, ਸਹਿਜ ਪਾਠ ਕਰ, ਨਿਤਨੇਮ ਕਰ।
ਤੈਨੂੰ ਚਾਰ ਤਰ੍ਹਾਂ ਦੇ ਦਰਸ਼ਨਾਂ ਦੇ ਵਿੱਚੋਂ ਪਹਿਲਾਂ, ਸਭ ਤੋਂ ਪਹਿਲਾਂ ਜਿਹੜਾ ਹੈ ਚਿੱਤਰ ਦਰਸ਼ਨ। ਜਿਵੇਂ ਆਪਾਂ ਦੇਖਦੇ ਹਾਂ, ਭਾਵੇਂ ਪ੍ਰਵਾਨਿਤ ਨਹੀਂ ਬਹੁਤਾ, ਪਰ ਕਈ ਸਥਾਨਾਂ ਤੇ ਸਤਿਗੁਰੂ ਜੀ ਦੀ ਕਹਿੰਦੇ ਆ ਵੀ ਅਸਲ ਤਸਵੀਰ ਬਣੀ ਹੈ ਚਿੱਤਰ ਦਰਸ਼ਨ। ਜਿਵੇਂ ਪਟਨਾ ਸਾਹਿਬ, ਹਜ਼ੂਰ ਸਾਹਿਬ, ਆਪਾਂ ਸਤਿਗੁਰਾਂ ਦੀ ਤਸਵੀਰ ਦੇ ਦਰਸ਼ਨ ਕਰਦੇ ਹਾਂ। ਉਹ ਭਾਵ ਹੈ, ਅਸੀਂ ਭਾਵ ਲੈਂਦੇ ਹਾਂ ਵੀ ਇਹ ਸਤਿਗੁਰੂ ਦੀ ਤਸਵੀਰ ਹੈ, ਪਰ ਸਤਿਗੁਰੂ ਦੀ ਪੂਰਨ ਭਾਵੇਂ ਤਸਵੀਰ ਨਹੀਂ ਬਣ ਸਕਦੀ। ਚਿੱਤਰ ਦਰਸ਼ਨ ਮੰਨਿਆ, ਚਿੱਤਰ ਦੁਆਰਾ ਦਰਸ਼ਨ ਕਰ ਲੈਣਾ, ਉਹ ਵੀ ਪੂਰਨ ਦਰਸ਼ਨ ਨਹੀਂ ਹੈ। ਫਿਰ ਗੁਰਮੁਖ ਜਿਹੜੇ ਅਭਿਆਸੀ ਨੇ ਉਹਨਾਂ ਨੂੰ ਸਵਪਨ ਦਰਸ਼ਨ, ਸੁਪਨੇ 'ਚ ਦਰਸ਼ਨ। ਭਾਈ ਗੁਰਦਾਸ ਜੀ ਨੇ ਤਾਂ ਜ਼ਿਕਰ ਕੀਤਾ, ਜਿਵੇਂ ਭਾਈ ਗੁਰਦਾਸ ਜੀ ਨੂੰ 6ਵੇਂ ਪਾਤਸ਼ਾਹ ਤੋਂ ਵਿਛੜਿਆ ਸਮਾਂ ਹੋ ਗਿਆ, ਪ੍ਰਚਾਰ ਹਿਤ ਗਏ ਸਨ ਆਗਰੇ ਦੀ ਧਰਤੀ ਤੇ, ਸੁਪਨੇ ਵਿੱਚ ਦਰਸ਼ਨ ਹੁੰਦੇ ਆ 6ਵੇਂ ਪਾਤਸ਼ਾਹ ਦੇ। ਫਿਰ ਕਵਿੱਤ ਉਚਾਰਦੇ ਆ, ਭਾਈ ਗੁਰਦਾਸ ਜੀ ਦੇ ਕਵਿਤਾਂ ਦੇ ਵਿੱਚ ਉਹ ਜ਼ਿਕਰ ਹੈ। ਸੁਪਨੇ ਦੇ ਵਿੱਚ ਦਰਸ਼ਨ ਹੋਣੇ ਗੁਰਮੁਖਾਂ ਦੇ, ਸ਼ਹੀਦਾਂ ਸਿੰਘਾਂ ਦੇ, ਮਹਾਂਪੁਰਖਾਂ ਦੇ, ਫਿਰ ਸਤਿਗੁਰਾਂ ਦੇ। ਆਪਣੀ ਆਪਣੀ ਅਵਸਥਾ ਅਨੁਸਾਰ ਜਿੰਨਾ ਕੁ ਕਿਸੇ ਦਾ ਭਜਨ ਹੈ, ਸਿਮਰਨ ਹੈ, ਮਨ ਸ਼ੁੱਧ ਹੈ, ਉਹੋ ਜਿਹੇ ਨੂੰ ਦਰਸ਼ਨ ਹੁੰਦੇ ਆ। ਜਿਹੋ ਜਿਹੀ ਭਾਵਨਾ ਕਿਸੇ ਦੀ ਬਣਾਈ ਹੋਈ ਹੈ, ਜਿਵੇਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਹੁਣ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਇਕੱਤਰਤ ਹੁੰਦੀਆਂ। ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਸ਼ਹੀਦਾਂ ਸਿੰਘਾਂ ਤੇ ਸੰਗਤਾਂ ਦੀ ਬਹੁਤ ਸ਼ਰਧਾ, ਬਹੁਤ ਭਾਵਨਾ ਹੈ। ਉਹ ਭਾਵੋਂ ਹੀ ਵਿਦਤੇ ਦੇਵਾ, ਇਹ ਜਿਹੜਾ ਪ੍ਰਕਾਸ਼ ਸਰੂਪ ਹੈ ਨਾ, ਉਹ ਭਾਵਨਾ ਨਾਲ ਹੀ ਵਿਦਤੇ ਪ੍ਰਗਟ ਹੁੰਦਾ ਹੈ। ਜਿਹੋ ਜਿਹੀ ਕੋਈ ਭਾਵਨਾ ਬਣਾ ਲਵੇ, ਉਹੋ ਜਿਹੀ ਸਰੂਪ ਦਾ ਦਰਸ਼ਨ ਹੋ ਜਾਂਦਾ। ਫਿਰ ਤੀਸਰਾ ਹੈ, ਜਿਵੇਂ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਈ ਪ੍ਰਸੰਗਾਂ ਦੇ ਵਿੱਚ ਸਰਵਣ ਦਰਸ਼ਨ ਕਰਾਏ ਆ ਭਾਈ ਸੰਤੋਖ ਸਿੰਘ ਜੀ ਨੇ। ਜਿਹੜੇ ਕਥਾ ਸੁਣਦੇ ਆ ਉਹਨਾਂ ਨੂੰ ਪਤਾ, ਰੋਜ਼ਾਨਾ ਇੱਥੇ ਮੰਜੀ ਸਾਹਿਬ ਕਥਾ ਸ਼ਾਮ ਦੇ ਸਮੇਂ ਹੁੰਦੀ ਹੈ। ਕਈ ਥਾਂ ਪ੍ਰਸੰਗਾਂ ਦੇ ਵਿੱਚ ਸਤਿਗੁਰੂ ਜੀ ਦੇ ਸਰੂਪ ਦਾ ਵਰਣਨ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੰਨੀ ਕਿਰਪਾ ਸੀ, ਉਹ ਸਰਵਣ ਦਰਸ਼ਨ ਹੀ ਕਰਾ ਦਿੰਦੇ ਆ। ਮਾਨੋ ਸਤਿਗੁਰੂ ਦੇ ਦਰਸ਼ਨ ਹੀ ਹੋ ਰਹੇ ਆ ਜਦੋਂ ਸਰੂਪ ਦਾ ਵਰਣਨ ਕਰਦੇ ਆ। ਇਉਂ ਲੱਗਦਾ ਹੈ ਵੀ ਜਿਵੇਂ ਸਤਿਗੁਰੂ ਜੀ ਦੇ ਅਸੀਂ ਨਾਲ ਹੀ ਵਿਚਰ ਰਹੇ ਆ। ਉਹ ਸਰਵਣ ਦਰਸ਼ਨ ਹੈ। ਚੌਥਾ, ਜਦੋਂ ਪੂਰਨ ਕਿਰਪਾ ਹੋਵੇ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲਚ ਸਨ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਘੋਲੀ ਜੀਓ ਘੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਫਿਰ ਪ੍ਰਤੱਖ ਦਰਸ਼ਨ ਹੈ, ਉਹ ਬਹੁਤ ਉੱਚੀ ਅਵਸਥਾ, ਵੱਡੇ ਭਾਗਾਂ ਨਾਲ। ਹਾਂ, ਅਭਿਆਸ ਦੀ ਲੋੜ ਹੈ। ਜਿਵੇਂ ਆ ਬੱਲਬ ਲੱਗੇ ਆ, ਟਿਊਬਾਂ ਲੱਗੀਆਂ ਨੇ, ਪਿੱਛੋਂ ਰੌਸ਼ਨੀ ਆ ਰਹੀ ਹੈ, ਕਨੈਕਸ਼ਨ ਹੈ, ਕਨੈਕਸ਼ਨ ਹੋਣਾ ਜ਼ਰੂਰੀ ਹੈ। ਨਹੀਂ ਟਿਊਬ ਦੇ ਵਿੱਚ ਬੱਲਮ 'ਚ ਚਾਨਣ ਨਹੀਂ ਹੁੰਦਾ। ਕਨੈਕਸ਼ਨ ਵੀ ਹੋਵੇ, ਸੁੱਚ ਛੱਡਣ ਦੀ ਲੋੜ ਹੈ। ਜੇ ਸੁੱਚ ਵੀ ਛੱਡੀ ਹੈ, ਕਨੈਕਸ਼ਨ ਵੀ ਹੈ, ਉੱਤੇ ਮੈਲ ਬਹੁਤੀ ਜੰਮੀ ਹੈ, ਮਿੱਟੀ ਘੱਟਾ ਬਹੁਤਾ ਜੰਮਿਆ, ਤਾਂ ਪ੍ਰਕਾਸ਼ ਫੇਰ ਵੀ ਪੂਰਾ ਨਹੀਂ ਆਉਂਦਾ। ਇਸੇ ਤਰ੍ਹਾਂ ਕਨੈਕਸ਼ਨ ਕੀ ਹੈ? ਜਿਹੜਾ ਗੁਰੂ ਵਾਲੇ ਬਣਨਾ, ਅੰਮ੍ਰਿਤ ਛਕਣਾ। ਜਿਵੇਂ ਬੰਬੀਆਂ ਮੋਟਰਾਂ ਲੱਗਦੀਆਂ, ਨਲਕੇ ਲੱਗਦੇ ਸੀ ਪੁਰਾਣੇ ਸਮੇਂ ਦੇ ਵਿੱਚ, ਉਹ ਧਰਤੀ 'ਚ ਜਲ ਤਾਂ ਹੈ, ਪਰ ਬਾਹਰ ਕੱਢਣ ਲਈ ਜਦੋਂ ਕੋਈ ਨਲਕਾ ਲਾਉਂਦਾ ਸੀ, ਜਾਂ ਅੱਜ ਕੱਲ੍ਹ ਮੋਟਰਾਂ ਬੰਬੀਆਂ ਲਾਉਂਦੇ ਆ, ਤੁਸੀਂ ਦੇਖਦੇ ਹੋ, ਫਿਰ ਉਹ ਜਿਹੜੇ ਮਿਸਤਰੀ ਵੀਰ ਨੇ ਪਹਿਲਾਂ ਬਾਹਰੋਂ ਪਾਣੀ ਪਾਉਂਦੇ ਆ, ਉਹ ਅੰਦਰਲੇ ਪਾਣੀ ਨਾਲ ਕਨੈਕਸ਼ਨ ਹੋ ਜਾਂਦਾ, ਫਿਰ ਪਾਣੀ ਨਿਕਲਦਾ। ਅੰਦਰ ਸਾਹਮਣੇ ਜੋਤ ਜੋਤ ਹੈ ਸੋਏ, ਦਿਸਦਾ ਚਾਨਣ ਸਾਹਮਣੇ ਚਾਨਣ ਹੋਏ। ਕਹਿੰਦੇ ਜੀ ਗਿਆਨੀ ਜੀ ਤੁਸੀਂ ਕਹਿੰਦੇ ਸਾਰਿਆਂ 'ਚ ਜੋਤ ਆ, ਦਰਸ਼ਨ ਤਾਂ ਹੋ ਨਹੀਂ ਰਹੇ, ਦਿਸਦੀ ਤਾਂ ਹੈ ਨਹੀਂ। ਭਾਈ ਨੂੰ ਭਾਈ 'ਚ ਨਹੀਂ ਦਿੰਦੀ, ਥੋੜੇ ਜਿਹੇ ਪੈਸਿਆਂ ਬਦਲੇ, ਥੋੜੀ ਜਿਹੀ ਜ਼ਮੀਨ ਬਦਲੇ, ਭਾਈ ਭਾਈ ਦਾ ਕਤਲ ਕਰ ਦਿੰਦਾ। ਕਿੱਥੇ ਆ ਜੋਤ? ਥੋੜੀ ਜਿਹੀ ਮਾਇਆ ਪਿੱਛੇ ਮਾਤਾ ਪਿਤਾ 'ਚ ਨਹੀਂ ਦਿਸਦੀ, ਮਾਤਾ ਪਿਤਾ ਦੀ ਨਹੀਂ ਸੇਵਾ ਹੋ ਰਹੀ, ਤਾਈਓ ਬਿਰਧ ਘਰ ਬਣਾਉਣੇ ਪੈ ਗਏ। ਇਹਦਾ ਕਾਰਨ ਇਹੋ ਹੀ ਹੈ ਨਾ ਵੀ ਜੋਤ ਨਹੀਂ ਦਿਸ ਰਹੀ, ਮਾਤਾ ਪਿਤਾ ਦੀ ਸੇਵਾ ਨਹੀਂ ਹੋ ਰਹੀ,
ਸਾਕ ਸੰਬੰਧੀਆਂ ਦੇ ਵਿੱਚੋਂ ਜਿਹੜੀ ਜੋਤ ਆ ਦਿਸਣੋਂ ਹਟ ਗਈ, ਰਿਸ਼ਤੇਦਾਰਾਂ ਚੋਂ ਦਿਸਣੋਂ ਹਟ ਗਈ। ਫਿਰ ਭਾਈਚਾਰਾ ਸੀ, ਭਾਈਚਾਰੇ ਦੇ ਵਿੱਚੋਂ ਜੋਤ ਦਿਸਣੋਂ ਹਟ ਗਈ। ਇੱਕ ਦੂਜੇ ਨਾਲ ਇੰਨੀ ਈਰਖਾ ਹੋ ਗਈ, ਹਰ ਸਮੇਂ ਇਹੋ ਹੀ ਵੀ ਇਹ ਕਿਉਂ ਆ ਇੱਥੇ, ਇਹਦਾ ਕਿਵੇਂ ਫਾਹਾ ਵੱਢਿਆ ਜਾਵੇ, ਕਿਵੇਂ ਇਹ ਤੋਂ ਖੜਾ ਛੁੱਟੇ। ਲੋਕਾਂ ਦੀਆਂ ਜੇ ਮੈਂ ਕਹਿਣਾ ਵਾਹਿਗੁਰੂ ਕੋਈ ਐਸਾ ਸਮਾਂ ਬਣਾ ਦੇਵੇ ਅਰਦਾਸਾਂ ਸਾਰਿਆਂ ਨੂੰ ਸੁਣਨ ਲੱਗ ਜਾਣ, ਹੈਰਾਨ ਹੋ ਜਾਈਏ ਵੀ ਇਹੋ ਜਿਹੀਆਂ ਵੀ ਅਰਦਾਸਾਂ ਕਰੀ ਜਾਂਦੇ ਆ। ਦੂਜੇ ਦੀ ਤਰੱਕੀ ਦੇਖ ਕੇ ਇੰਨਾ ਸੜਦੇ ਆ, ਇੰਨਾ ਵਲਦੇ ਆ। ਇਹ ਹੁੰਦਾ ਵੀ ਕਿਵੇਂ ਨਾ ਕਿਵੇਂ, ਜਿਵੇਂ ਉਹ ਆਮ ਇੱਕ ਕਹਾਵਤ ਬਣੀ ਹੋਈ ਹੈ, ਕਹਿੰਦੇ ਇੱਕ ਲੜਕਾ ਆਪਣੀ ਮਾਂ ਨੂੰ ਪੁੱਛਦਾ ਹੈ ਵੀ ਮਾਂ ਜੇ ਆਪਣਾ ਪਿੰਡ ਦਾ ਸਰਪੰਚ ਮਰ ਜੇ, ਕਹਿੰਦੀ ਪੁੱਤ ਫਿਰ ਫਲਾਣੇ ਬੰਦਾ ਇਹਦੇ ਚਾਂਸ ਨੇ ਉਹ ਬਣ ਜੂਗਾ। ਕਹਿੰਦਾ ਮਾਂ ਜੇ ਉਹ ਵੀ ਮਰ ਜੇ, ਉਹ ਕਹਿੰਦੀ ਫਿਰ ਫਲਾਣਾ ਬੜਾ ਮੋਹਤਵਰ ਆ, ਬੜਾ ਲੋਕਾਂ ਦੇ ਵਿੱਚ ਵਿਚਰਦਾ, ਫਿਰ ਉਹਦਾ ਚਾਂਸ ਹੈ ਵੀ ਉਹ ਬਣ ਜਾਊਗਾ। ਉਹ ਕਈ ਵਾਰੀ ਹਟੇ ਹੀ ਨਾ, ਵਾਰੀ ਵਾਰੀ ਪੁੱਛੀ ਜਾਵੇ, ਮਾਂ ਵੀ ਸਮਝ ਗਈ ਵੀ ਇਹ ਕੀ ਕਹਿਣਾ ਚਾਹੁੰਦਾ। ਅਖੀਰ ਨੂੰ ਮਾਂ ਕਹਿੰਦੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਤੈਨੂੰ ਨਹੀਂ ਬਣਾਉਂਦੇ। ਇਹੋ ਜਿਹੀ ਦੁਨੀਆ ਦੀ ਹਾਲਤ ਹੋਈ ਵੀ ਆ। ਈਰਖਾ ਇੰਨੀ ਪ੍ਰਬਲ ਹੈ, ਜੋਤ ਜੂਤ ਵਾਲੀ ਗੱਲ ਤਾਂ ਹੁਣ ਰਹੀ ਨਹੀਂ ਕਿਸੇ ਪਾਸੇ। ਇਹ ਤਾਂ ਜਨ ਨਾਨਕ ਕੋਟਣ ਮੈਂ ਕਹੂ, ਕਰੋੜਾਂ ਚ ਕੋਈ ਵਿਰਲੇ ਹੈ ਸਾਰਿਆਂ ਦੇ ਅੰਦਰ, ਸਾਰਿਆਂ ਦੇ ਅੰਦਰ ਪ੍ਰਕਾਸ਼ ਹੈ ਉਹਦਾ, ਪਰ ਦਿਸੇ ਕਿਵੇਂ। ਮਹਾਰਾਜ ਨੇ ਨਾਲ ਹੀ ਉਪਾਅ ਦੱਸਤਾ, ਕਹਿੰਦੇ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖੀ ਕੀ? ਸਾਖੀ ਸਿੱਖਿਆ, ਸਿੱਖਿਆ ਕਮਾ ਲਓ, ਉਹ ਜੋਤ ਤੁਹਾਡੇ ਅੰਦਰ, ਹੋਰਾਂ ਦੇ ਅੰਦਰ, ਸਭਨਾਂ ਦੇ ਅੰਦਰ ਪ੍ਰਗਟ ਹੋ ਜੂ। ਜਿਵੇਂ ਭਗਤ ਕਬੀਰ ਜੀ ਦੇ ਜੀਵਨ 'ਚ ਜ਼ਿਕਰ ਹੈ, ਭਗਤ ਜੀ ਕਾਂਸੀ 'ਚ ਕੋਈ ਚੜ੍ਹਾਈ ਕਰ ਜਾਣਾ, ਉਹਦੇ ਨਾਲ ਪਰਚਾਉਣੀ ਕਰਦਿਆਂ ਉਹਦੇ ਸੰਸਕਾਰ ਤੇ ਨਾਲ ਜਾਣਾ। ਭਗਤ ਜੀ ਨੂੰ ਕਿਸੇ ਨੇ ਇਸ ਬਾਬਤ ਪੁੱਛਿਆ, ਭਗਤ ਜੀ ਕਹਿੰਦੇ ਭਾਈ ਜਦੋਂ ਦਾ ਸੰਸਕਾਰ ਤੇ ਜਾਂਦੇ ਹੁੰਦੇ ਆ ਸਾਰਿਆਂ ਦੇ ਸੀਸ ਤੇ ਜੋਤ ਦੀਵੀਂ ਹੁੰਦੀ ਆ। ਜਾਂਦਿਆਂ ਸਾਰਿਆਂ ਨੂੰ ਮੌਤ ਚੇਤੇ ਹੁੰਦੀ ਆ, ਜਦੋਂ ਮੁੜਦੇ ਆ ਉਦੋਂ ਇਕੱਲੇ ਕਬੀਰ ਹੀ ਅੰਦਰ ਹੁੰਦੀ ਆ। ਮੁੜਦਿਆਂ ਹੋਏ ਸਾਰੇ ਕੰਮਾਂ ਕਾਰਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ। ਅੱਜ ਕੱਲ੍ਹ ਤਾਂ ਹਾਲਾਤ ਇਹ ਹੋ ਗਈ ਵੀ ਸ਼ਮਸ਼ਾਨ ਭੂਮੀ ਤੇ ਖੜੇ ਹੀ ਜੇ 10 ਮਿੰਟ ਲੇਟ ਹੋ ਜਾਵੇ ਸੰਸਕਾਰ ਨੂੰ, ਉੱਥੇ ਹੀ ਫਿਰ ਗੱਲਾਂ ਸ਼ੁਰੂ ਹੋ ਜਾਂਦੀਆਂ। ਕਦੇ ਮੋਬਾਈਲ ਕੱਢ ਲੈਂਦੇ ਆ, ਆਪਸ ਵਿੱਚ ਗੱਲਾਂ ਸ਼ੁਰੂ। ਇਹ ਨਹੀਂ ਵੀ ਬਾਣੀ ਪੜ੍ਹ ਲਈਏ, ਨਾਮ ਜਪ ਲਈਏ। ਸਤਿਗੁਰੂ ਜੀ ਕਹਿੰਦੇ ਗੁਰਸਾਖੀ ਜੋਤ ਪ੍ਰਗਟ ਹੋਏ, ਸਿੱਖਿਆ ਕਮਾਓ, ਫਿਰ ਉਹ ਜੋਤ ਪ੍ਰਗਟ ਹੋ ਜਾਵੇਗੀ। ਅੰਮ੍ਰਿਤ ਛਕਣਾ ਇਹ ਕਨੈਕਸ਼ਨ ਹੈ। ਫਿਰ ਕਨੈਕਸ਼ਨ ਲੈ ਕੇ ਕਈ ਚੁੱਪ ਕਰ ਜਾਂਦੇ ਆ ਵੀ ਅੰਮ੍ਰਿਤ ਛਕ ਲਿਆ, ਗੱਲ ਨਹੀਂ ਪੜੀ। ਜਿਹੜੇ 5 ਪਿਆਰੇ ਦੱਸਦੇ ਆ ਵੀ ਰੋਜ਼ਾਨਾ ਭਾਈ ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਦਾ ਨਿਤਨੇਮ ਜ਼ਰੂਰੀ ਹੈ। ਸਿਮਰਨ ਕਰਨਾ ਹੈ, ਵਾਹਿਗੁਰੂ 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 ਕਰਨਾ ਹੈ, ਮੂਲ ਮੰਤਰ ਜਪਣਾ ਹੈ। ਪੁੱਛੀਏ ਨਿਤਨੇਮ, ਕਹਿੰਦੇ ਜੀ 5 ਬਾਣੀਆਂ ਪੜ੍ਹ ਲਈਦੀਆਂ। ਮੂਲ ਮੰਤਰ ਉਹ ਨਹੀਂ ਜੀ ਕਦੇ ਜਪਿਆ। ਗੁਰਮੰਤਰ ਨਹੀਂ ਜੀ ਕਦੇ ਜਪਿਆ ਨਹੀਂ। ਫਿਰ ਭਾਈ ਜਿਹੜੇ 5 ਪਿਆਰੇ ਕਹਿੰਦੇ ਆ ਉਹ ਕਿਹਦੇ ਵਾਸਤੇ ਆ? 5 ਪਿਆਰਿਆਂ ਦਾ ਅੰਮ੍ਰਿਤ ਛਕਾਉਣ ਵੇਲੇ ਸਾਰਿਆਂ ਨੂੰ ਕਿਹਾ ਭਾਈ ਨਿਤਨੇਮ ਕਰਨਾ ਹੈ, ਬਾਣੀ ਦਾ ਅਭਿਆਸ ਕਰਨਾ ਹੈ, ਸਹਿਜ ਪਾਠ ਕਰਨਾ ਹੈ, ਮੂਲ ਮੰਤਰ ਗੁਰਮੰਤਰ ਜਪਣਾ ਹੈ। ਇਹ ਰੋਜ਼ਾਨਾ ਸੁੱਚ ਛੱਡਣ ਵਾਂਗੂ ਆ। ਫਿਰ ਭਰੀਆ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵਾ ਕੈ ਰੰਗ। ਨਾਮ ਅਭਿਆਸ ਬਹੁਤ ਜ਼ਰੂਰੀ ਹੈ। ਜਿੱਥੇ ਨਿਤਨੇਮ ਜ਼ਰੂਰੀ ਹੈ, ਗੁਰੂ ਕੇ ਦਰਸ਼ਨ ਹਾਜ਼ਰੀ ਸੰਗਤ ਵਿੱਚ, ਉੱਥੇ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ। ਅਭਿਆਸ ਤੋਂ ਬਿਨਾ ਉਹ ਜਿਹੜੀ ਮੱਤ ਤੇ ਮੈਲ ਲੱਗੀ ਆ ਨਾ, ਉਹ ਧੋਤੀ ਨਹੀਂ ਜਾਣੀ। ਜਿਉਂ ਜਿਉਂ ਸਾਫ਼ ਹੋਊ ਤਿਉਂ ਤਿਉਂ ਅੰਦਰੋਂ ਜੋਤ ਦੇ ਦਰਸ਼ਨ ਪ੍ਰਕਾਸ਼ ਹੋਵੇਗਾ। ਫਿਰ ਉਹ ਦਰਸ਼ਨ ਨੇ, ਉਹ ਪ੍ਰਤੱਖ ਦਰਸ਼ਨ। ਪ੍ਰਤੱਖ ਦਰਸ਼ਨ ਦਾ ਜ਼ਿਕਰ ਇਤਿਹਾਸ ਦੇ ਵਿੱਚ ਬੜੇ ਪ੍ਰਮਾਣ ਨੇ। ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕਾ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਬਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਬੜੇ ਪਰਉਪਕਾਰੀ ਸਤਿਗੁਰੂ। ਸਤਿਗੁਰੂ ਜੀ ਦੀ ਸਾਲੀ, ਸਾਡੇ ਜਗਤ ਮਾਤਾ, ਮਾਤਾ ਦਮੋਦਰੀ ਜੀ ਦੀ ਭੈਣ,
ਭਾਈ ਕੀ ਡਰੋਲੀ ਰਹਿੰਦੇ ਸੀ। ਬੀਬੀ ਰਾਮੋ ਉਹਨਾਂ ਦੇ ਘਰ ਵਾਲੇ ਸਾਈਂ ਦਾਸ ਦੋਵੇਂ ਜੀ ਨਵਾਂ ਮਕਾਨ ਬਣਾਇਆ, ਯਾਦ ਕਰ ਰਹੇ ਆ ਵੀ ਸਤਿਗੁਰੂ ਮਹਾਰਾਜ ਦਰਸ਼ਨ ਦੇਣ। ਸਤਿਗੁਰੂ ਤੱਕ ਦਰਸ਼ਨਾਂ ਦੀ ਤਾਂਘ ਦੀ ਆਵਾਜ਼, ਪ੍ਰੇਮ ਦੀ ਖਿੱਚ ਦੀ ਡੋਰੀ ਨੇ ਖਿੱਚ ਪਾਈ ਹੈ। ਇਧਰੋਂ ਭਾਈ ਕੀ ਡਰੋਲੀ ਸਤਿਗੁਰੂ ਨੂੰ ਯਾਦ ਕਰ ਰਹੇ ਆ ਦੋਵੇਂ ਜੀ ਵੀ ਫੇਰ ਅਸੀਂ ਆਪਣੇ ਨਵੇਂ ਮਕਾਨ 'ਚ ਪ੍ਰਵੇਸ਼ ਕਰਾਂਗੇ, ਪਹਿਲਾਂ ਸਤਿਗੁਰੂ ਦਰਸ਼ਨ ਦੇਣ, ਸਤਿਗੁਰੂ ਚਰਨ ਪਾਉਣ। ਇਹ ਤਾਂ ਹੁਣ ਸਾਡੇ ਤੇ ਕਿਰਪਾ ਨਾ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਨਗਰ ਦੇ ਵਿੱਚ, ਹਰ ਸ਼ਹਿਰ ਦੇ ਵਿੱਚ, ਹਰ ਦੇਸ਼ ਦੇ ਵਿੱਚ ਸਾਨੂੰ ਸਤਿਗੁਰੂ ਦੇ ਦਰਸ਼ਨ ਨੇ। ਜਦੋਂ ਸਤਿਗੁਰੂ ਸਰਗੁਣ ਸਰੂਪ ਧਾਰਿਆ ਹੋਇਆ ਸੀ, ਉਦੋਂ ਜਿੱਥੇ ਸਤਿਗੁਰੂ ਜੀ ਦਾ ਸਰੂਪ ਉੱਥੇ ਹੀ ਦਰਸ਼ਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਪਾਸੇ ਭਾਈ ਕੀ ਡਰੋਲੀ ਯਾਦ ਕੀਤਾ ਜਾ ਰਿਹਾ, ਦੂਜੇ ਪਾਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਾਨਕ ਮੱਤੇ ਯਾਦ ਕੀਤਾ ਜਾ ਰਿਹਾ। ਉੱਥੇ ਜਿਹੜੇ ਗੋਰਖ ਦੇ ਚੇਲੇ ਕੰਨ ਪਾਟੇ ਸਾਧੂ, ਕੰਨ ਪਾਟੇ ਜੋਗੀ ਸਨ, ਉਹਨਾਂ ਨੇ ਗੁਰੂ ਕੇ ਅਸਥਾਨ ਦੀ ਸੇਵਾ ਕਰਨ ਵਾਲੇ ਅਲਮਸਤ ਸਾਧੂ ਨੂੰ ਉੱਥੋਂ ਭਜਾ ਕੇ ਸਤਿਗੁਰੂ ਦੀ ਨਿਸ਼ਾਨੀ ਜਿਹੜਾ ਉਹ ਦਰਖਤ ਸੀ ਉਹਨੂੰ ਸਾੜ ਦਿੱਤਾ। ਤੇ ਅਲਮਸਤ ਸਾਧੂ ਸਤਿਗੁਰੂ ਮਹਾਰਾਜ ਨੂੰ ਯਾਦ ਕਰ ਰਿਹਾ ਸੀ। ਬੜੀ ਅਵਸਥਾ, ਬੜਾ ਪਰਵਲ ਪ੍ਰੇਮ ਦੇ ਨਾਲ ਸਤਿਗੁਰੂ ਨੂੰ ਯਾਦ ਕਰ ਰਿਹਾ। ਫਿਰ ਸਤਿਗੁਰੂ ਮਹਾਰਾਜ ਨੇ ਇੱਥੇ ਗੁਰੂ ਕੇ ਮਹਿਲਾਂ ਤੋਂ ਸਤਿਗੁਰੂ ਮਹਾਰਾਜ ਨੇ ਮਾਤ ਗੰਗਾ ਜੀ ਨੂੰ ਕਿਹਾ, ਮਾਤਾ ਜੀ ਤੁਸੀਂ ਦਮੋਦਰੀ ਜੀ ਨੂੰ ਤੇ ਪਰਿਵਾਰ ਨੂੰ ਸਾਰੇ ਨੂੰ ਨਾਲ ਲੈ ਕੇ ਭਾਈ ਕੀ ਡਰੋਲੀ ਜਾਓ, ਤੁਸੀਂ ਜਾ ਕੇ ਉੱਥੇ ਪਰਿਵਾਰ ਨੂੰ ਧਰਵਾਸ ਦਿਓ, ਅਸੀਂ ਛੇਤੀ ਦਰਸ਼ਨ ਦੇਵਾਂਗੇ। ਸਾਡਾ ਪਹਿਲਾਂ ਨਾਨਕ ਮੱਤੇ ਜਾਣਾ ਬੜਾ ਜ਼ਰੂਰੀ ਆ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੀ ਤੇਜ਼ੀ ਦੇ ਨਾਲ ਜਦੋਂ ਨਾਨਕ ਮੱਤੇ ਗਏ, ਅਲਮਸਤ ਸਾਧੂ ਨੂੰ ਦਰਸ਼ਨ ਦਿੱਤੇ। ਜਦੋਂ ਕੰਨ ਪਾਟਿਆਂ ਜੋਗੀਆਂ ਨੇ ਸੁਣਿਆ ਵੀ ਸਤਿਗੁਰੂ ਆਏ ਆ, ਮੀਰੀ ਪੀਰੀ ਦੇ ਮਾਲਕ, ਸਾਰੇ ਹਰਨ ਸਿਉ ਹੋ ਕੇ ਭੱਜ ਗਏ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਜਾ ਦਰਸ਼ਨ ਦਿੱਤੇ, ਅਲਮਸਤ ਸਾਧੂ ਗਦਗਦ ਹੋ ਗਿਆ, ਚਰਨਾਂ ਤੇ ਡਿੱਗਿਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸਿਆ, ਸਤਿਗੁਰੂ ਆਪ ਜੀ ਦੇ ਪਹਿਲੇ ਜਾਮੇ ਦੀ ਜਿਹੜੀ ਨਿਸ਼ਾਨੀ, ਇਹ ਜਿਹੜਾ ਦਰਖਤ ਹੈ ਮਹਾਰਾਜ ਇਹਨਾਂ ਨੇ ਸਾੜ ਦਿੱਤਾ। ਮਹਾਰਾਜ ਕਹਿਣ ਲੱਗੇ ਤੂੰ ਫਿਕਰ ਨਾ ਕਰ। ਸਤਿਗੁਰੂ ਜੀ ਨੇ ਜਿਹੜਾ ਕਰਮੰਡਲ ਦਾ ਜਲ ਸੀ ਉਹ ਵਾਹਿਗੁਰੂ ਵਾਹਿਗੁਰੂ ਕਹਿ ਕੇ ਛਿੜਕਿਆ। ਸਤਿਗੁਰੂ ਮਹਾਰਾਜ ਨੇ ਇੱਕ ਖਿੰਨ ਦੇ ਵਿੱਚ ਸੁੱਕੇ ਹਰੇ ਖੀਏ ਖਿੰਨ ਮਾਹੀ, ਇੱਕ ਖਿੰਨ ਦੇ ਵਿੱਚ ਉਹ ਦਰਖਤ ਹਰਾ ਕਰ ਦਿੱਤਾ। ਸਤਿਗੁਰੂ ਮਹਾਰਾਜ ਦਾ ਇਤਿਹਾਸ ਗਵਾਹ ਹੈ। ਫਿਰ ਉੱਥੋਂ ਸਤਿਗੁਰੂ ਅਲਮਸਤ ਨੂੰ ਨਿਹਾਲ ਕਰਕੇ, ਬਖਸ਼ਿਸ਼ਾਂ ਕਰਕੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਕੀ ਡਰੋਲੀ ਆ ਕੇ ਸਾਈਂ ਦਾਸ ਨੂੰ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਦੀ ਘਰਵਾਲੀ ਰਾਮੋ ਨੂੰ, ਦੋਹਾਂ ਜੀਆਂ ਨੂੰ ਦਰਸ਼ਨ ਬਖਸ਼ਦੇ ਆ। 1 ਮਹੀਨਾ ਸਤਿਗੁਰੂ ਜੀ ਨੇ ਉੱਥੇ ਠਹਿਰੇ ਆ। ਬੜੇ ਕੌਤਕ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ, ਇਤਿਹਾਸ ਦੇ ਗ੍ਰੰਥਾਂ ਵਿੱਚ ਆਉਂਦੇ ਸਮਾਂ ਨੇ। ਇਉਂ ਪ੍ਰਤੱਖ ਦਰਸ਼ਨ ਸਮੇਂ-ਸਮੇਂ ਪਹਿਲੋਂ ਵੀ, ਅੱਜ ਵੀ ਤੇ ਅਗਾਂਹ ਵੀ ਹੁੰਦੇ ਆਏ ਆ, ਹੁੰਦੇ ਰਹਿਣਗੇ। ਜਿਹੜੇ ਗੁਰਮੁਖ ਨੇ ਉਹਨਾਂ ਨੂੰ ਹੁੰਦੇ ਆ। ਇਹ 4 ਤਰ੍ਹਾਂ ਦੇ ਦਰਸ਼ਨਾਂ ਦਾ, ਚਿੱਤਰ ਦਰਸ਼ਨ, ਸਰਵਣ ਦਰਸ਼ਨ, ਸੁਪਨ ਦਰਸ਼ਨ, ਫਿਰ ਪ੍ਰਤੱਖ ਦਰਸ਼ਨ। ਸਤਿਗੁਰੂ ਮਹਾਰਾਜ ਸ਼ਬਦ ਦੇ ਵਿੱਚ ਬਖਸ਼ਿਸ਼ ਕਰ ਰਹੇ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਈ। ਹੇ ਵਾਹਿਗੁਰੂ, ਹੋਰ ਬੜਾ ਕੁਝ ਭਾਵੇਂ ਵੇਖਣ ਨੂੰ ਹੈ, ਨੇਤਰ ਸਾਰਾ ਦਿਨ ਦੇਖਦੇ ਆ, ਦੇਖਦਿਆਂ ਨਿਗਾਹ ਕਮਜ਼ੋਰ ਹੋ ਗਈ ਆ, ਪਰ ਤੇਰੇ ਦਰਸ਼ਨ ਨਹੀਂ ਹੋਏ, ਸੁੱਖ ਨਹੀਂ ਮਿਲ ਰਿਹਾ ਤੇਰੇ ਦਰਸ਼ਨਾਂ ਤੋਂ ਬਿਨਾਂ। ਹੇ ਮੇਰੇ ਮਾਲਕ, ਹੇ ਮੇਰੇ ਪਾਤਸ਼ਾਹ, ਇਹ ਨੇਤਰਾਂ ਦੇ ਨਾਲ ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹੋ, ਫਿਰ ਦੇਖਣ ਕੀ ਆਸ। ਕਾਮ ਰੂਪੀ ਕਾਂ ਨੇ ਸਾਰਾ ਸਰੀਰ ਖਾ ਲਿਆ, ਨਿਗਾਹ ਕਮਜ਼ੋਰ ਹੋ ਗਈ ਹੈ। ਇੱਕ ਆਸ ਹੈ, ਇਹ ਨੇਤਰਾਂ ਦੀ ਜੋਤ ਬੰਦ ਹੋਣ ਤੋਂ ਪਹਿਲਾਂ ਹੇ ਵਾਹਿਗੁਰੂ ਤੇਰੇ ਦਰਸ਼ਨ ਹੋ ਜਾਣ। ਇਹ ਨੇਤਰ ਲਾਏ ਕਾਹਦੀ ਖਾਤਰ ਸੀ? ਇਹ ਨੇਤਰੋ ਮੇਰੇ ਹੋ, ਹਰ ਤੋਂ ਮੈਂ ਜੋਤ ਧਰੀ। ਡਾਕਟਰਾਂ ਕੋਲ ਨਿਗਾਹ ਚੈੱਕ ਕਰਾਉਣ ਜਾਈਦਾ, ਡਾਕਟਰ ਕਹਿ ਦਿੰਦੇ ਆ ਭਾਈ ਅੱਖਾਂ ਤਾਂ ਠੀਕ ਨੇ, ਪਿੱਛੋਂ ਜੋਤ ਬੰਦ ਹੋ ਗਈ, ਜੋਤ ਘਟ ਗਈ।
ਕਹਿੰਦੇ ਜੀ ਇਲਾਜ, ਕਹਿੰਦੇ ਇਹਦਾ ਇਲਾਜ ਤਾਂ ਰੱਬ ਦੇ ਘਰ ਹੀ ਹੈ, ਸਾਡੇ ਕੋਲ। ਉਹ ਵੀ ਕਹਿਣ ਲੱਗ ਗਏ ਵੀ ਪਿੱਛੋਂ ਜੋਤ ਬੰਦ ਹੋ ਗਈ, ਇਹਦਾ ਮਤਲਬ ਕੋਈ ਜੋਤ ਹੈ ਨਾ। ਮਹਾਰਾਜ ਕਹਿੰਦੇ ਇਹ ਨੇਤਰ ਹੋ ਮੇਰੇ ਹੋ, ਹੇ ਮੇਰੀਆਂ ਅੱਖਾਂ, ਹੇ ਮੇਰੇ ਨੇਤਰੋ, ਹਰੀ ਵਾਹਿਗੁਰੂ ਨੇ ਤੁਹਾਡੇ ਜੋਤ ਰੱਖੀ ਸੀ। ਕਾਹਦੀ ਖਾਤਰ ਰੱਖੀ ਸੀ? ਉਹ ਹਰੀ ਦੇ ਦਰਸ਼ਨਾਂ ਵਾਸਤੇ। ਪਰ ਦੇਖਦੇ ਕੁਝ ਹੋਰ ਹੀ ਰਹੇ, ਦਰਸ਼ਨਾਂ ਦੀ ਖਾਤਰ ਇੱਛਾ ਹੀ ਨਹੀਂ ਹੋਈ। ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ, ਹੈ ਵਾਹਿਗੁਰੂ, ਹੈ ਮੇਰੇ ਪਾਤਸ਼ਾਹ, ਹੈ ਮੇਰੇ ਸਾਹ, ਭਾਵੇਂ ਲੱਖ ਵਸਤੂਆਂ ਦੇਖੀ ਜਾਈਏ, ਲੱਖ ਪਦਾਰਥ, ਲੱਖ ਇਮਾਰਤਾਂ ਦੇਖੀ ਜਾਈਏ, ਲੱਖ ਪਹਾੜਾਂ ਨੂੰ ਦੇਖੀ ਜਾਈਏ, ਲੱਖ ਅਜੂਬਿਆਂ ਨੂੰ ਦੇਖੀ ਜਾਈਏ, ਪਰ ਮਹਾਰਾਜ ਤੇਰੇ ਦਰਸ਼ਨਾਂ ਤੋਂ ਬਿਨਾ ਮੇਰੇ ਆਤਮਾ ਨੂੰ ਸੁਖ ਨਹੀਂ। ਹਮਰੀ ਬੇਦਨ ਤੂੰ ਜਾਣਤਾ ਸ਼ਾਹ। ਕਹਿੰਦੇ ਭਾਈ ਦੇਖਣ ਨੂੰ ਬੜਾ ਕੁਝ, ਦੇਖ ਲਾ, ਤੂੰ ਕੁਝ ਹੋਰ ਦੇਖ ਲਾ, ਹੋਰ ਦਰਸ਼ਨ ਕਰ ਲਾ, ਘੁੰਮ ਲਾ। ਕਹਿੰਦੇ ਜੀ ਪਹਾੜਾਂ ਤੇ ਘੁੰਮਣ ਜਾਣਾ, ਕਹਿੰਦੇ ਜੀ ਵਿਦੇਸ਼ ਧਰਤੀ ਤੇ ਬੜੀਆਂ ਚੀਜ਼ਾਂ ਵੇਖਣ ਵਾਲੀਆਂ ਨੇ, ਵੇਖ ਕੇ ਆਓ ਜੀ, ਵੇਖੀ ਜਾਓ ਸਾਰੀ ਉਮਰ। ਸ਼ਾਂਤੀ ਨਹੀਂ ਹੈ, ਟਿਕਾ ਨਹੀਂ ਹੈ। ਜਿਨ੍ਹਾਂ ਨੂੰ ਦਰਸ਼ਨਾਂ ਦੀ ਤਾਂਘ ਹੈ ਉਹਨਾਂ ਦੀ ਅਵਸਥਾ ਦੱਸਦੇ ਆ, ਹਮਰੀ ਵੇਦਨ, ਹੇ ਵਾਹਿਗੁਰੂ ਮੇਰੇ ਜਿਹੜੇ ਅੰਦਰ ਦੀ ਦਰਸ਼ਨਾਂ ਦੀ ਤਾਂਘ ਹੈ, ਦਰਸ਼ਨਾਂ ਤੋਂ ਬਿਨਾਂ ਜਿਹੜੀ ਆਤਮਾ ਦੀ ਪੀੜਾ ਹੈ, ਹੇ ਮੇਰੇ ਸਾਹ ਤੂੰ ਹੀ ਜਾਣਦਾ। ਅਵਰ ਕਿਆ ਜਾਣੈ ਕੋਈ। ਹਾਂ, ਜਿਨ੍ਹਾਂ ਨੂੰ ਆਦਤ ਪਈ ਹੈ ਹੋਰ ਥਾਵਾਂ ਤੇ ਘੁੰਮ ਕੇ ਪਹਾੜਾਂ ਨੂੰ ਵੇਖਣ ਦੀ ਜਾਂ ਸਰੀਰਾਂ ਨੂੰ ਵੇਖਣ ਦੀ, ਕਾਮ ਦੇ ਅਧੀਨ ਹੋ ਕੇ ਪਰਤਨਗਾਮੀ ਨੇ ਜਿਹੜੇ ਪਰਾਏ ਤਨ ਨੂੰ ਦੇਖਦੇ ਆ। ਜਿਵੇਂ ਜ਼ਿਕਰ ਆਉਂਦਾ ਹੈ ਮਰਦਾਨੇ ਦੇ ਰਾਹੀਂ ਸਾਨੂੰ ਸਮਝਾਇਆ ਮਹਾਰਾਜ ਨੇ, ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ, ਨੂਰ ਸ਼ਾਹ ਜਾਦੂਗਰਨੀ ਦਾ ਜ਼ਿਕਰ ਆਉਂਦਾ ਹੈ, ਇਤਿਹਾਸ ਗਵਾਹ ਹੈ। ਉੱਥੇ ਸਤਿਗੁਰੂ ਜੀ ਨੇ ਨੂਰ ਸ਼ਾਹ ਨੂੰ ਸਿੱਧੇ ਰਾਹ, ਤ੍ਰਿਆ ਰਾਜ ਦੇ ਵਿੱਚ ਮਹਾਰਾਜ ਨੇ ਸਿੱਧੇ ਰਾਹ ਪਾਇਆ। ਉੱਥੋਂ ਦੀਆਂ ਜਿਹੜੀਆਂ ਕਾਮਣੀਆਂ ਇਸਤਰੀਆਂ ਸੀ ਉਹ ਲੋਕਾਂ ਨੂੰ ਵਸ ਵਿੱਚ ਕਰਕੇ ਬੜੇ ਗਲਤ ਕਾਰਜ ਕਰਾਉਂਦੀਆਂ। ਮਹਾਰਾਜ ਨੇ ਉੱਥੇ ਜਾ ਕੇ ਉਹਨਾਂ ਦਾ ਵੀ ਭਲਾ ਕੀਤਾ। ਜੇ ਉੱਥੇ ਜੇਕਰ ਆਉਂਦਾ, ਕਹਿੰਦੇ ਮਹਾਰਾਜ ਵੇਖੋ ਕਿੰਨਾ ਸੁੰਦਰ ਸਰੂਪ। ਮਹਾਰਾਜ ਕਹਿੰਦੇ ਕੀ ਸੋਹਣਾ? ਕਹਿੰਦੇ ਅੱਖਾਂ ਬੜੀਆਂ ਸੋਹਣੀਆਂ। ਮਹਾਰਾਜ ਕਹਿੰਦੇ ਕਾਹਦੀਆਂ ਸੋਹਣੀਆਂ? ਵਿੱਚ ਤਾਂ ਗਿੱਡਾਂ ਨੇ। ਉੱਥੇ ਸਾਰਾ ਵਰਣਨ ਕੀਤਾ ਹੈ, ਇਸ ਪਾਸੇ ਨਾ ਜਾਈਏ। ਮਹਾਰਾਜ ਕਹਿੰਦੇ ਭਾਈ ਕਾਮ ਦੇ ਅਧੀਨ ਤਨ ਹੈ, ਹਾੜ ਮਾਸ ਨਾੜੀ ਕੋ ਪਿੰਜਰ। ਸਾਰਿਆਂ ਦਾ ਸਰੀਰ, ਕਿਸੇ ਦੇ ਮਾਸ ਵੱਧ ਲੱਗਿਆ, ਕਿਸੇ ਦੇ ਘੱਟ ਲੱਗਿਆ, ਕਿਸੇ ਦੇ ਚਿੱਟਾ ਪੋਚਾ ਦੇਤਾ ਮਾਸ ਦਾ, ਕਿਸੇ ਦੇ ਥੋੜਾ ਜਿਹਾ ਸਾਂਵਲਾ ਜਿਹਾ ਦੇਤਾ, ਕਿਸੇ ਦੇ ਕਾਲਾ ਪੋਚਾ ਦੇਤਾ। ਹਾਂ, ਜੇ ਮਹਾਰਾਜ ਕਿਰਪਾ ਕਰੇ, ਕਾਮ ਨੂੰ ਮਹਾਰਾਜ ਬਸ ਵਿੱਚ ਕਰ ਰੱਖੇ। ਜੇ ਕਾਮ ਬਸ ਵਿੱਚ ਨਹੀਂ, ਜੇ ਮਹਾਰਾਜ ਦੀ ਕਿਰਪਾ ਨਹੀਂ, ਫਿਰ ਇਸ ਇਦੋਂ ਉਲਟਾ ਗੱਲ। ਇਸ ਲਈ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਰੇ ਪਾਸਿਓਂ ਸੰਕੋਚ ਕੇ ਕੇਵਲ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਘ। ਜਿਨ੍ਹਾਂ ਦੇ ਅੰਦਰੋਂ ਤਾਂਘ ਹੈ ਉਹੋ ਹੀ ਜਾਣਦੇ ਆ ਪੀੜਾਂ ਨੂੰ। ਜਾਂ ਹੇ ਵਾਹਿਗੁਰੂ ਤੂੰ ਜਾਣਦਾ। ਜਿਹੜੇ ਕਾਮੀ ਨੇ ਉਹ ਕੀ ਜਾਣਦੇ ਆ? ਉਹਨਾਂ ਨੂੰ ਗੁਰੂ ਦੇ ਦਰਸ਼ਨਾਂ ਦੀ ਕੀ ਇੱਛਾ? ਉਹ ਅੰਮ੍ਰਿਤ ਵੇਲੇ ਕਿਤੇ ਦਰਸ਼ਨਾਂ ਦੀ ਖਾਤਰ ਨਾਮ ਥੋੜ੍ਹਾ ਜਪਦੇ ਆ। ਕਾਮੀ ਤਾਂ ਬੇਵਿਚਾਰ ਲਈ ਰਾਤਾਂ ਨੂੰ ਜਾਗਦੇ ਆ। ਵਿਕਾਰੀ ਹੈ ਜਿਹੜੇ ਚੋਰ ਨੇ, ਚੋਰੀ ਕਰਨ ਲਈ ਜਾਗਦੇ ਆ। ਜਿਹੜੇ ਅਭਿਆਸੀ ਨੇ ਉਹ 2-2, 2:30 ਵਜੇ ਅੰਮ੍ਰਿਤ ਵੇਲੇ ਉੱਠਦੇ ਆ, ਉਹ ਨਾਮ ਜਪਦੇ ਆ। ਅਵਰ ਕਿਆ ਜਾਣਨਾ ਕੋਈ, ਹੋਰ ਕਿਵੇਂ ਕੋਈ ਜਾਣ ਸਕਦਾ? ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹ। ਹੇ ਸਾਹਿਬ, ਸਾਹਿਬ ਦਾ ਅਰਥ ਮਾਲਕ। ਹੇ ਮੇਰੇ ਮਾਲਕ, ਤੂੰ ਹੀ ਮੇਰਾ ਤਾਂ ਸਾਹ ਪਾਤਸ਼ਾਹ ਹੈ। ਕਹਿੰਦੇ ਫਿਰ ਵੱਡੇ ਵੱਡੇ ਬਾਦਸ਼ਾਹ ਹੋਏ, ਸਾਹ ਹੋਏ, ਉਮਰਾਵ ਹੋਏ, ਚਲੇ ਗਏ। ਕਹਿੰਦੇ ਨਹੀਂ, ਜਿਹੜਾ ਸਾਡਾ ਮਾਲਕ ਆ ਨਾ, ਸਾਡਾ ਸਾਹ ਹੈ, ਉਹ ਨਾ ਜੰਮਦਾ ਨਾ ਮਰਦਾ, ਸੱਚ ਹੈਗਾ। ਉਹ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੇ ਭੀ ਸੱਚ, ਤਿੰਨ ਕਾਲ ਸੱਚ ਹੈ। ਹੇ ਮੇਰੇ ਸਾਹ ਸੱਚ ਤੂੰ, ਹੇ ਵਾਹਿਗੁਰੂ ਤੂੰ ਸੱਚਾ ਹੈ। ਤੇਰਾ ਕੀਆ ਸੱਚ ਸਭ ਹੋਏ। ਹੇ ਵਾਹਿਗੁਰੂ ਜੀ ਤੇਰਾ ਜੋ ਕੁਝ ਕੀਤਾ ਹੈ ਉਹ ਸਭ ਕੁਝ ਸੱਚ ਹੈ। ਭਾਵੇਂ ਦ੍ਰਿਸ਼ਟਮਾਨ ਹੈ ਸਗਲ ਮਥੇਨਾ,
ਪਰ ਇਹ ਦ੍ਰਿਸ਼ਟਮਾਨ ਦੇ ਅੰਦਰ ਜਿਹੜਾ ਤੱਤ ਹੈ ਉਹ ਵਾਹਿਗੁਰੂ ਹੈ ਨਾ, ਸੂਤਰ ਰੂਪ ਦੇ ਵਿੱਚ ਉਹ ਸੱਚ ਹੈ। ਜਿੱਥੇ ਮਹਾਰਾਜ ਨੇ ਸਾਰੇ ਸੰਸਾਰ ਨੂੰ ਝੂਠਾ ਕਿਹਾ, ਉੱਥੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਹੇ ਵਾਹਿਗੁਰੂ ਤੂੰ ਸੱਚਾ ਹੈ, ਤੇਰਾ ਕੀਤਾ ਸਭ ਸੱਚਾ ਹੈ। ਝੂਠਾ ਕਿਸ ਕਉ ਆਖੀਐ ਸਾਹ। ਹੇ ਵਾਹਿਗੁਰੂ ਝੂਠਾ ਕਿਹਨੂੰ ਆਖੀਏ, ਕਿਹਨੂੰ ਕਹੀਏ ਵੀ ਇਹ ਝੂਠਾ ਹੈਗਾ, ਇਹ ਗਲਤ ਹੈ। ਹੇ ਮੇਰੇ ਮਾਲਕ, ਹੇ ਪਾਤਸ਼ਾਹ, ਹੇ ਸਾਹ, ਕਿਹਨੂੰ ਝੂਠਾ ਆਖੀਏ। ਦੂਜਾ ਨਾਹੀ ਕੋਏ। ਇਹ ਬ੍ਰਹਮ ਅਵਸਥਾ ਦਾ ਬਚਨ ਕਰ ਰਹੇ ਆ ਸਤਿਗੁਰੂ, ਕਿਉਂਕਿ ਇਹ ਵਾਹਿਗੁਰੂ ਤੈਥੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ। ਸਾਰਿਆਂ ਵਿੱਚ ਤੂੰ ਹੈ ਤੇ ਤੂੰ ਸੱਚਾ, ਤੂੰ ਝੂਠਾ ਹੈ ਨਹੀਂ। ਜਿੱਥੇ ਜੋ ਦੇਖਦੇ ਆ ਸਭ ਮੈਂ ਜੋਤ ਜੋਤ ਹੈ ਸੋਏ। ਇਹ ਵਾਹਿਗੁਰੂ ਤੇਰੀ ਜੋਤ ਸਾਰਿਆਂ 'ਚ ਦਿਸਦੀ ਹੈ, ਤੂੰ ਸੱਚਾ ਹੈ। ਸਭਨਾ ਵਿੱਚ ਤੂੰ ਵਰਤਦਾ ਸ਼ਾਹ। ਇਹ ਮੇਰੇ ਸਾਹ, ਇਹ ਮੇਰੇ ਮਾਲਕ ਪਾਤਸ਼ਾਹ ਵਾਹਿਗੁਰੂ ਤੂੰ ਸਾਰਿਆਂ 'ਚ ਇੱਕ ਸਮਾਨ ਵਰਤ ਰਿਹਾ ਹੈ। ਸਭ ਤੁਝੇ ਧਿਆਵਹਿ ਦਿਨ ਰਾਤ। ਇਹ ਵਾਹਿਗੁਰੂ ਕੱਲੇ ਮਨੁੱਖਤਾ ਕੀ, ਜਿਤਨੇ ਜੀਵ ਜੰਤ ਨੇ 84 ਲੱਖ ਜੂਨਾਂ ਨੇ, ਧਰਤੀ ਆਕਾਸ਼ ਪਤਾਲ, ਗੁਰਬਾਣੀ ਕਹਿੰਦੀ ਸਭ ਤੈਨੂੰ ਧਿਆਉਂਦੇ। ਧਰਤੇ ਆਕਾਸ਼ ਪਤਾਲ ਹੈ ਮੇਰੀ ਜਿੰਦੜੀ ਏ, ਸਭ ਹਰ ਹਰ ਧਿਆਵੈ ਰਾਮ। ਜੋ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੁਬਿਨ ਹਰ ਜਾਪਤ ਨਹੀਂ ਹੋਰ। ਸਾਰੇ ਉਹ ਪਰਾਰੂਪ ਚੋਂ ਵਾਹਿਗੁਰੂ ਦਾ ਨਾਮ ਜਪ ਰਹੇ ਆ। ਸਭ ਤੁਝ ਹੀ ਥਾਵੋ ਮੰਗਦੇ ਮੇਰੇ ਸ਼ਾਹ। ਹੇ ਮੇਰੇ ਪਾਤਸ਼ਾਹ, ਹੇ ਮੇਰੇ ਮਾਲਕ ਵਾਹਿਗੁਰੂ ਸਾਰੇ ਤੈਥੋਂ ਹੀ ਮੰਗਦੇ ਆ। ਕੋਈ ਸਿੱਧਾ ਪ੍ਰਧਾਨ ਮੰਤਰੀ ਕੋਲ ਚਲਿਆ ਜਾਂਦਾ ਹੈ, ਕੋਈ ਮੁੱਖ ਮੰਤਰੀ ਕੋਲ ਜਾਂਦਾ ਹੈ, ਕੋਈ ਅਰਜੀ ਕਿਤੇ ਥਾਣੇ 'ਚ ਦੇ ਦਿੰਦਾ ਹੈ ਤਾਂ ਸਾਰੇ ਉਸੇ ਦੇ ਅੰਡਰ ਹੀ ਹੈ ਨਾ ਦੇਸ਼ ਦੇ ਵਿੱਚ। ਕਿਸੇ ਨੂੰ ਸੋਝੀ ਨਹੀਂ, ਉਹ ਛੋਟੇ ਥਾਂ ਚਲਿਆ ਜਾਂਦਾ ਹੈ, ਕੋਈ ਉਦੋਂ ਵੱਡੇ ਥਾਂ, ਕੋਈ ਉਦੋਂ ਵੱਡੇ ਥਾਂ, ਕੋਈ ਸਿੱਧਾ ਡਾਇਰੈਕਟ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਜੀ ਕਲਯੁਗ ਦੇ ਵਿੱਚ ਗੁਰੂ ਨਾਨਕ ਦਾ ਰਾਜ ਹੈ। ਕੋਈ ਸਿੱਧਾ ਗੁਰੂ ਨਾਨਕ ਦੇ ਚਰਨੀ ਪੈਂਦਾ, ਗੁਰੂ ਨਾਨਕ ਤੋਂ ਮੰਗਦਾ ਹੈ। ਕੋਈ ਜਾ ਕੇ ਉਹ ਵਾਹਿਗੁਰੂ ਦੇ ਕੀਤੇ ਹੋਏ ਨੇ ਜਿਨ੍ਹਾਂ ਨੇ ਪਿਛਲੇ ਜਨਮਾਂ 'ਚ ਬੰਦਗੀਆਂ ਕੀਤੀਆਂ, ਉਹਨਾਂ ਨੂੰ ਛੋਟੇ ਛੋਟੇ ਥਾਂ ਦਿੱਤੇ ਹੋਏ ਆ ਵਾਹਿਗੁਰੂ ਨੇ, ਉਹਨਾਂ ਤੋਂ ਕੋਈ ਮੰਗੀ ਜਾਂਦੇ ਆ ਭੁਲੇਖਿਆਂ 'ਚ। ਪਰ ਹੇ ਵਾਹਿਗੁਰੂ ਜੇ ਵੇਖੀਏ ਬ੍ਰਹਮ ਅਵਸਥਾ ਦੁਆਰਾ ਤਾਂ ਸਾਰੇ ਸਭਨਾ ਜੀਆਂ ਕਾ ਇੱਕ ਦਾਤਾ। ਹੇ ਵਾਹਿਗੁਰੂ ਤੂੰ ਬ੍ਰਹਮਾ ਵਿਸ਼ਨ ਸਿਰੇ ਤੈ ਅਗਨ ਤਿਨ ਕੋ ਮੋਹ ਭਇਆ ਮਨ ਮਦ ਕਾ। 84 ਲੱਖ ਜੋਨ ਉਪਾਈ ਰਿਜਕ ਦੀਆ ਸਭ ਹੂੰ ਕੋ ਤਦ ਕਾ। ਸਾਰੇ ਤੈਥੋਂ ਮੰਗ ਰਹੇ ਆ। ਤੂੰ ਸਭਨਾ ਕਰਹਿ ਇੱਕ ਦਾਤ। ਹੇ ਵਾਹਿਗੁਰੂ ਸਾਰਿਆਂ ਨੂੰ ਇੱਕ ਸਮਾਨ ਸਥਾਨ ਸਾਰਿਆਂ ਨੂੰ ਦੇ ਰਹੇ ਆ, ਭਾਵੇਂ ਕੋਈ ਨਾਸਤਕ ਆ, ਭਾਵੇਂ ਆਸਤਕ ਆ, ਭਾਵੇਂ ਕੋਈ ਨਾਮ ਜਪਦਾ ਨਹੀਂ ਜਪਦਾ, ਉਹ ਸਾਰਿਆਂ ਨੂੰ ਇੱਕ ਸਮਾਨ ਜੋਤ ਦਿੱਤੀ ਹੈ। ਹੇ ਵਾਹਿਗੁਰੂ ਤੂੰ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ। ਹਾਂ ਭਾਵੇਂ ਆ ਧਰਤੀ ਹੈ, ਮਨੁੱਖ ਹੰਕਾਰ ਕਰਦਾ ਵੀ ਮੇਰੇ ਵਰਗਾ ਕੋਈ ਹੈ ਹੀ ਨਹੀਂ। ਜੇ ਵੇਖੇ ਤਾਂ ਭਾਈ ਗੁਰਦਾਸ ਜੀ ਕਹਿੰਦੇ ਰੋਮ ਰੋਮ ਖੰਡ ਬ੍ਰਹਮੰਡ ਕੋ ਨਿਵਾਸ ਜਾਸ। ਉਹ ਵਾਹਿਗੁਰੂ ਦੇ ਇੱਕ ਇੱਕ ਰੋਮ ਦੇ ਵਿੱਚ ਇਹੋ ਜਿਹੀਆਂ ਪਤਾ ਹੀ ਨਹੀਂ ਕਿੰਨੀਆਂ ਕੁ ਧਰਤੀਆਂ ਨੇ। 3.5 ਕਰੋੜ ਰੋਮ ਵਿਦਵਾਨਾਂ ਨੇ ਬੰਦੇ ਦੇ ਸਰੀਰ ਤੇ ਮੰਨਿਆ, ਤੇ ਵਾਹਿਗੁਰੂ ਦੇ ਰੋਮ ਕਿੰਨੇ ਹੋਣਗੇ। ਤੇ ਇੱਕ ਰੋਮ ਦੇ ਵਿੱਚ ਇਹ ਧਰਤੀਆਂ, ਫਿਰ ਇੱਕ ਧਰਤੀਆਂ ਦਾ ਗ੍ਰਹਿ ਬਣਦਾ, ਉਹ ਗ੍ਰਹਿ ਤੋਂ ਅੱਗੇ ਗਲੈਕਸੀਆਂ ਨੇ, ਫਿਰ ਉਹਦਾ ਇੱਕ ਬ੍ਰਹਮਾਂਡ ਬਣਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਕਰੋੜਾਂ ਹੀ ਬ੍ਰਹਮੰਡ ਨੇ। ਫਿਰ ਉਹ ਬ੍ਰਹਮੰਡ ਦੇ ਵਿੱਚ ਗਲੈਕਸੀ, ਗਲੈਕਸੀ ਦੇ ਵਿੱਚ ਅੱਗੇ ਜਾ ਕੇ ਸਾਡੀ ਧਰਤੀ, ਉਹ ਧਰਤੀ ਦੇ ਵਿੱਚ ਕਿਤੇ ਜਾ ਕੇ ਹਿੰਦੁਸਤਾਨ, ਹਿੰਦੁਸਤਾਨ ਕਿਤੇ ਜਾ ਕੇ ਪੰਜਾਬ, ਪੰਜਾਬ ਦੇ ਵਿੱਚ ਸਾਡੀ ਹੋਂਦ ਕਿੱਥੇ ਆ? ਇੱਕ ਬਿੰਦੂ ਜਿੰਨਾ ਵੀ ਨਹੀਂ, ਇੱਕ ਕੀੜੇ ਜਿੰਨੀ ਵੀ ਪਾਇਆ ਨਹੀਂ, ਪਰ ਹਉਮੈ ਕਿੱਡੀ ਵੱਡੀ। ਮਾਟੀ ਕਿਉਂ ਪੁਤਲਾ, ਮਹਾਰਾਜ ਨੇ ਕਿਹਾ ਵੀ ਵੇਖੋ ਕਿੰਨਾ ਹੰਕਾਰ, ਮਿੱਟੀ ਦਾ ਪੁਤਲਾ ਹੈ ਕੁਝ ਵੀ ਨਹੀਂ, ਇੱਕ ਹਉਮੈ ਦਾ ਬੁਲਬੁਲਾ ਹੀ ਆ। ਇਸ ਲਈ ਹੇ ਮੇਰੇ ਵਾਹਿਗੁਰੂ
ਸਾਰੇ ਜੀ ਤੇਰੇ ਵਿੱਚ ਹੀ ਹਨ। ਤੁਝ ਤੇ ਬਾਹਰ ਕੋਈ ਨਾਹੇ। ਤੈਥੋਂ ਬਾਹਰ ਕੁਝ ਵੀ ਨਹੀਂ, ਸਭ ਕੁਝ ਤੇਰੇ ਵਿੱਚ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿੱਥੋਂ ਉਪਜੈ ਕਾਇ ਰਹਿ ਕਾਇ ਮਾਈ ਸਮਾਵੈ। ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ। ਸਭ ਜੀ ਤੇਰੇ ਤੋਂ ਸਭ ਸਦਾ ਮੇਰੇ ਸ਼ਾਹ। ਹਾਂ ਸਾਰੇ ਹੀ ਤੇਰੇ ਆ, ਬਗਾਨਾ ਦਾ ਕੋਈ ਹੈ ਨਹੀਂ। ਕਹਿੰਦੇ ਜੀ ਫਲਾਨਾ ਤਾਂ ਬਗਾਨਾ ਹੈ, ਆਪਣਾ ਨਹੀਂ ਹੈ। ਮਾਰੇ ਕਹਿੰਦੇ ਨਹੀਂ, ਬਗਾਨਾ ਕੋਈ ਨਹੀਂ ਭਾਈ, ਸਾਰੇ ਹੀ ਤੇਰੇ ਆ। ਭਾਵੇਂ ਕੋਈ ਹਿੰਦੂ ਹੈ, ਕੋਈ ਮੁਸਲਮਾਨ ਹੈ, ਕੋਈ ਰਾਫਜੀ ਹੈ, ਇਮਾਮ ਸਾਫੀ ਹੈ, ਕੋਈ ਹੈ, ਕਿਸੇ ਵੀ ਧਰਮ ਦਾ ਹੈ, ਸਾਰੇ ਹੀ ਆਪਣੇ ਆ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਅਵਲ ਅੱਲਾਹ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇੱਕ ਨੂਰ ਤੋਂ ਪੈਦਾ ਹੋਏ ਆ ਸਾਰੇ। ਇਹ ਤਾਂ ਨਹੀਂ ਵੀ ਸਿੱਖਾਂ ਨੂੰ ਨੂਰ ਕੋਈ ਹੋਰ ਲਾਤਾ, ਹਿੰਦੂਆਂ ਨੂੰ ਨੂਰ ਕੋਈ ਹੋਰ ਲਾਤਾ, ਮੁਸਲਮਾਨਾਂ ਨੂੰ ਨੂਰ ਹੋਰ ਕੋਈ ਲਾਤਾ। ਨਹੀਂ, ਗੱਲ ਹੀ ਨਿਬੇੜਤੀ। ਕਹਿੰਦੇ ਏਕ ਨੂਰ ਤੇ ਸਭ ਜਗ ਉਪਜਿਆ। ਹੇ ਵਾਹਿਗੁਰੂ ਸਭ ਜੀ ਤੇਰੇ, ਤੂੰ ਸਭ ਸਦਾ, ਤੂੰ ਸਾਰਿਆਂ ਦਾ ਸਾਹ ਮਾਲਕ ਹੈ। ਸਭ ਤੁਝ ਹੀ ਮਾਹੇ ਸਮਾਹੇ। ਅੰਤ ਨੂੰ ਸਾਰਿਆਂ ਦੀ ਸਮਾਈ ਭਰਮ ਕੇ ਜੂਨਾਂ ਦੇ ਵਿੱਚ ਭਟਕ ਕੇ ਅੰਤ ਨੂੰ ਫੇਰ ਤੇਰੇ ਚਰਨੀ ਲੱਗਣਗੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ, ਪੁੱਛੋ ਹੰਜਾਏ ਵਿਵੇਕੀਆਂ ਅਨੇਕ ਜੂਨੀ ਭਰਮ ਆਵਾ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ। ਜਦੋਂ ਚਰਨੀ ਲੱਗਣਗੇ ਭੜ ਕੇ ਭਰਮ ਕੇ, ਫਿਰ ਸਤਿਗੁਰੂ ਦੇ ਚਰਨੀ ਆਉਣਗੇ। ਸਤਿਗੁਰੂ ਕੀ ਕਰਨਗੇ? ਸਤਿਗੁਰੂ ਸ਼ਬਦ ਸੁਣਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਖੁਆਰ ਹੋਏ ਸਭ ਮਿਲਾਂਗੇ। ਸਾਰੇ ਅੰਤ ਨੂੰ ਉਹ ਵਾਹਿਗੁਰੂ ਦੇ ਵਿੱਚ ਹੀ ਜਦੋਂ ਮਾਂ ਪਰਲੋਂ ਆਉਣੀ ਹੈ ਸਮਾ ਜਾਣੇ ਆ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਇਹ ਮੇਰੇ ਪਿਆਰੇ ਵਾਹਿਗੁਰੂ ਤੂੰ ਸਾਰਿਆਂ ਦੀ ਤੂੰ ਸਾਂਝੀ ਆਸ ਹੈ। ਸਾਰੇ ਤੇਰੇ ਤੇ ਆਸ ਰੱਖਦੇ ਆ। ਸਾਰਿਆਂ ਨੂੰ ਤੇਰਾ ਹੀ ਆਸਰਾ, ਤੇਰੀ ਢੋਈ ਹੈ। ਸਭ ਤੁਝੇ ਧਿਆਵਹਿ ਮੇਰੇ ਸ਼ਾਹ। ਪਰ ਤੇਰੇ ਨਾਮ ਭਾਵੇਂ ਵੱਖਰੇ ਵੱਖਰੇ ਕੋਈ ਲੈਂਦਾ, ਕਿਰਤਮ ਨਾਮ ਇਕੱਠੇ ਤੇਰੇ ਜੇਵਾ। ਕੋਈ ਤੈਨੂੰ ਬੀਠੁਲ ਕਹਿੰਦਾ, ਕੋਈ ਦਾਮੋਦਰ ਕਹਿੰਦਾ। ਬੜੇ ਨਾਮ ਸ੍ਰੀ ਗੁਰਬਾਣੀ ਦੇ ਵਿੱਚ ਨੇ। ਕੋਈ ਰਾਮ ਕਹਿੰਦਾ, ਰਾਮ ਰਾਮ ਸਭ ਕੋ ਕਹੇ ਰਾਮ ਨਾ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਬੜੇ ਭੇਦ ਨੇ ਉਹਦੇ ਨਾਮ ਲੈਣ ਦੇ ਵਿੱਚ ਵੀ, ਪਰ ਜਿਹੜਾ ਉਹਦਾ ਸੱਚਾ ਨਾਮ ਸਤਨਾਮ ਤੇਰਾ ਭਰਾਪੂਰ ਲਾ, ਉਹ ਸਾਨੂੰ ਸਤਿਗੁਰੂ ਜੀ ਨੇ ਗੁਰਮੰਤਰ ਦਿੱਤਾ। ਵਾਹਿਗੁਰੂ ਗੁਰਮੰਤਰ ਗੁਪਤ ਨਾਮ ਪ੍ਰਗਾਜਾ। ਗੁਪਤ ਨਾਮ ਸਤਿਗੁਰੂ ਜੀ ਨੇ ਪ੍ਰਗਟ ਕਰ ਦਿੱਤਾ ਜਗਤ ਜੀਆਂ ਦੇ ਭਲੇ ਵਾਸਤੇ। ਇਹ ਵਾਹਿਗੁਰੂ ਵੱਖਰੇ ਵੱਖਰੇ ਨਾਮਾਂ ਦੇ ਦੁਆਰਾ ਸਾਰੇ ਤੈਨੂੰ ਹੀ ਧਿਆ ਰਹੇ ਨੇ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ। ਇਹ ਪ੍ਰਾਣਾਂ ਤੋਂ ਪਿਆਰੇ ਮੇਰੇ ਸਾਹ ਮਾਲਕ ਵਾਹਿਗੁਰੂ, ਜਿਵੇਂ ਤੈਨੂੰ ਭਾਉਂਦਾ ਜੀਵਾਂ ਦੇ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਥਾਂ ਪਰ ਥਾਂ ਤੂੰ ਰੱਖ ਰਿਹਾ ਹੈ। ਸੱਚ ਨਾਨਕ ਕੇ ਪਾਤਸ਼ਾਹ। ਇਹ ਮੇਰੇ ਪਾਤਸ਼ਾਹ, ਇਹ ਮੇਰੇ ਮਾਲਕ ਤੂੰ ਸੱਚਾ ਹੈ। ਹੋਰ ਸਭ ਕੁਝ ਗੁਰ ਸੰਗਤ ਜੀ ਉਹ ਤੋਂ ਬਿਨਾਂ ਝੂਠ ਹੈ। ਉਹਦੇ ਨਾਲ ਲੱਗ ਕੇ ਸਭ ਕੁਝ ਸੱਚ ਹੈ। ਕੇਵਲ ਤੇ ਕੇਵਲ ਉਹਦਾ ਨਾਮ ਸੱਚਾ ਹੈ। ਨਾਮ ਰਹਿਓ ਸਾਧੂ ਰਹਿਓ। ਸਾਧੂ ਗੁਰੂ ਦੇ ਪਿਆਰੇ, ਉਹ ਵੀ ਨਾਮ ਕਰਕੇ ਹੀ ਸੱਚੇ। ਇਸ ਲਈ ਕੇਵਲ ਨਾਮ ਦੀ ਬੜੀ ਵੱਡੀ ਮਹਾਨਤਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਆ। ਕੇਵਲ ਨਾਮ ਜਪੋ ਰੇ ਪ੍ਰਾਨੀ, ਪਰਹੋ ਏਕ ਕੀ ਸ਼ਰਣਾ। ਇੱਕ ਦੀ ਸ਼ਰਨ ਪੈ ਜਾਈਏ। ਇਹ ਨਾ ਹੋਵੇ ਵੀ ਜੇ ਅੱਜ ਵੀਰਵਾਰ ਆ, ਚਲੋ ਜੀ ਫਲਾਣੇ ਪਖੰਡੀ ਦੇ ਡੇਰੇ ਤੇ ਉੱਥੇ ਰੋਟ ਪਕਾ ਲਓ। ਜੇ ਅੱਜ ਸ਼ਨੀਵਾਰ ਆ, ਚਲੋ ਜੀ ਫਲਾਣੇ ਦੇਵਤੇ ਨੂੰ ਮੰਨ ਲਓ, ਲੈਣਾ ਚ ਲੱਗ ਜਾਓ, ਉੱਥੇ ਜਾ ਕੇ ਤੇ ਸਰੋਂ ਦਾ ਤੇਲ ਉੱਥੇ ਦਾਨ ਕਰੀ ਚੱਲੋ। ਬੜੇ ਗੁਰਸਿੱਖ ਵੀ ਭਰਮ ਭੁਲੇਖਿਆਂ ਚ ਪਏ ਹੋਏ। ਅੱਜ ਕੋਈ ਹੋਰ ਦਿਨ, ਅੱਜ ਹੋਰ ਦਿਨ ਮਨਾ ਲਓ। ਜੇ ਲੋਟ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕ ਲਓ। ਇਹ ਨਹੀਂ, ਪਰ ਉਹ ਏਕ ਕੀ ਸ਼ਰਨਾ, ਇੱਕ ਕੇਵਲ ਸਤਿਗੁਰੂ ਦੀ ਸ਼ਰਨ ਚ ਪੈ ਜਾਓ। ਸਤਿਗੁਰੂ ਲੋਕ ਸੁਖੀਏ
ਪਰਲੋਕ ਸੁਹੇਲੇ ਦੀ ਦਾਤ ਬਖਸ਼ ਦਿੰਦੇ ਆ। ਸਤਿਗੁਰੂ ਜੀ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ, ਕੱਚਿਆਂ ਨਾਲ ਤੋੜ ਲੈ, ਪੂਰਿਆਂ ਦੀ ਸ਼ਰਨ ਪੈ, ਕੇਵਲ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ। ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਸਾਰੀਆਂ ਸੰਗਤਾਂ ਦੁਨੀਆ ਦੇ ਵਿੱਚ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਹੈ, ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਹੋ ਰਹੇ ਆ। ਸਤਿਗੁਰੂ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ। ਜਿਹੜੇ ਭਾਈ ਨਹੀਂ ਗੁਰੂ ਵਾਲੇ ਬਣੇ, ਗੁਰੂ ਰਾਮਦਾਸ ਦੇ ਦਿਹਾੜੇ ਨੂੰ ਯਾਦਗਾਰ ਬਣਾਈਏ, ਗੁਰੂ ਕੇ ਚਰਨੀ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਰਾਮਦਾਸ ਦੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਲਈਏ। ਪਰ ਉਹ ਏਕ ਕੀ ਸ਼ਰਨਾ, ਕੇਵਲ ਇੱਕ ਸਤਿਗੁਰੂ ਦੀ ਸ਼ਰਨ 'ਚ ਪੈ ਕੇ ਪੰਜਾਂ ਤੋਂ ਜੋ ਸਤਿਗੁਰੂ ਰੂਪ ਹੋ ਕੇ ਜੋ ਨਾਮ ਦਿੰਦੇ ਆ ਸਤਿਗੁਰੂ ਦੀ ਹਜ਼ੂਰੀ 'ਚ, ਉਹਦਾ ਅਭਿਆਸ ਕਰੀਏ। ਜਿਉਂ-ਜਿਉਂ ਅਭਿਆਸ ਕਰਾਂਗੇ ਤਾਂ ਸਤਿਗੁਰੂ ਕਿਰਪਾ ਕਰਨਗੇ। ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ, ਸਮੁੱਚੇ ਪ੍ਰਬੰਧ ਦਾ ਕੋਟਾਨ ਕੋਟ ਸ਼ੁਕਰਾਨਾ। ਹਾਜ਼ਰੀ ਪ੍ਰਵਾਨ ਕਰਨੀ ਜੀ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵਹਿ ਮੇਰੇ ਸ਼ਾਹ। ਜਿਉ ਭਾਵੈ ਤਿਉ ਰੱਖ ਤੂੰ ਮੇਰੇ ਪਿਆਰੇ, ਸਚ ਨਾਨਕ ਕੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।